ਮਾਰੂ ਸੋਲਹੇ ਮਹੱਲਾ ਪੰਜਵਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਤੂੰ ਸਾਹਿਬਾ ਹਉ ਸੇਵਕ ਕੀਤਾ। ਜਿਉ ਪਿੰਡ ਸਭ ਤੇਰਾ ਦੀਤਾ। ਕਰਨ ਕਰਾਵਨ ਸਭ ਤੂੰ ਹੈ ਨਾਹੀਂ ਕਿਸ ਆਸੜਾ। ਤੂੰ ਸਾਹਿਬ ਹਉ ਸੇਵਕ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗ ਜੁਗ ਅਟਲ ਸ਼ਬਦਾ ਅਵਤਾਰ ਦਸਾਂ ਬਾਦਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਸੋਲਹੇ ਮਹੱਲਾ ਪੰਜਵਾ। ਮਾਰੂ ਰਾਗ ਦੇ ਅੰਦਰ 16 ਪੌੜੀਆਂ ਵਾਲੀ ਬਾਣੀ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਏਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੂੰ ਸਾਹਿਬ ਹਉ ਸੇਵਕ ਕੀਤਾ। हे ਪਰਮੇਸ਼ਰ ਤੂੰ ਸਭ ਦਾ ਮਾਲਕ ਹੈ ਅਤੇ ਮੈਂ ਤੇਰਾ ਪੈਦਾ ਕੀਤਾ ਹੋਇਆ ਤੇਰਾ ਇੱਕ ਦਾਸ ਹਾਂ। ਜੀਉ ਪਿੰਡ ਸਭ ਤੇਰਾ ਦੀਤਾ। ਮੇਰਾ ਹਿਰਦਾ ਜਿੰਦ ਅਤੇ ਸਰੀਰ ਆਦਿਕ ਸਾਰਾ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਕਰਨ ਕਰਾਵਨ ਸਭ ਤੂੰ ਹੈ हे ਪ੍ਰਭੂ ਤੂੰ ਆਪ ਹੀ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ ਅਤੇ ਤੂੰ ਆਪ ਹੀ ਸਾਰਿਆਂ ਨੂੰ ਪ੍ਰੇਰ ਕੇ ਕਰਾਉਣ ਵਾਲਾ ਹੈ। ਨਾਹੀਂ ਕਿਸ ਸਾੜਾ। ਸਾਡਾ ਸਾਰਾ ਕੁਝ ਕੇਵਲ ਤੂੰ ਹੀ ਤੂੰ ਹੈ। ਸਾਡਾ ਆਪਣਾ ਕੁਝ ਵੀ ਨਹੀਂ ਹੈ। ਤੁਮ ਹੈ ਪਠਾਏ ਤਾਂ ਜਗ ਮਹਿ ਆਏ। हे ਪ੍ਰਭੂ ਤੂੰ ਆਪ ਜੀ ਭੇਜਣਾ ਕੀਤੇ ਨੇ ਤਦੋਂ ਹੀ ਉਹ ਸੰਸਾਰ ਵਿੱਚ ਆਏ ਹਨ। ਜੋ ਤੁਧ ਪਾਣਾ ਸੇ ਕਰਮ ਕਮਾਏ। ਜਿਹੜਾ ਕੁਝ ਤੈਨੂੰ ਭਾਉਂਦਾ ਹੈ ਉਹੀ ਕਰਮਾਂ ਨੂੰ ਕਮਾਉਣਾ ਕਰਦੇ ਹਨ ਜੀਵ। ਤੁਝ ਤੇ ਬਾਹਰ ਕਿਛੂ ਨ ਹੋਆ। हे ਪ੍ਰਭੂ ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਤਾਪੇ ਨਾਹੀ ਕਿਛ ਕਾੜਾ। ਤਦ ਵੀ ਸਾਨੂੰ ਕੁਝ ਵੀ
चोरा नहीं है। ऊहा हुक्म तुम्हारा सुनिया। हे प्रभु, उथे परलोक दे विच भी वेदां शास्त्रां द्वारा तेरा हुक्म चलदा सुनीदा है। ईहा हर जसा तेरा भणिया। ਅਤੇ ਇੱਥੇ ਮਾਤ ਲੋਕ ਵਿੱਚ ਵੀ ਤੇਰਾ ਹਰੀ ਜਸ ਉਚਾਰਨ ਹੋ ਰਿਹਾ ਹੈ। आपे लेखा अलेखा आपे। ਤੂੰ ਆਪ ਹੀ ਜੀਵਨ ਦੇ ਮੱਥੇ ਦੇ ਲੇਖ ਲਿਖਦਾ ਹੈ ਅਤੇ ਆਪ ਲਿਖੇ ਤੋਂ ਰਹਿਤ ਹੈ। तुम सो नाही किछ झाड़ा। ਇਹ ਪਰਮਾਤਮਾ ਤੇਰੇ ਨਾਲ ਸਾਡਾ ਕੁਝ ਵੀ ਝਾੜਾ ਨਾਮ ਹੈ, ਝਗੜੇ ਦਾ ਕੋਈ ਝਗੜਾ ਨਹੀਂ ਹੈ। ਜਿਸ ਅੱਗੇ ਜੋਰ ਨਾ ਚੱਲਈ ਖਲੇ ਕੀਚੈ ਅਰਦਾਸ। तू पिता सब बारक थारे। हे प्रभु, ਤੂੰ ਸਭ ਦਾ ਪਿਤਾ ਸਰੂਪ ਹੈ। ਸਾਰੇ ਜੀਵ ਥਾਰੇ ਬੱਚੇ ਨੇ, ਤੇਰੇ ਬੱਚਿਆਂ ਦੀ ਤਰ੍ਹਾਂ ਹਨ। ज्यों खेलावह त्यों खिलन हारे। ਜਿਵੇਂ ਤੂੰ ਸੰਸਾਰ ਦੀ ਪ੍ਰੇਮ ਦੀ ਖੇਡ ਵਿੱਚ ਖਿਡਾਉਣਾ ਕਰਦਾ ਹੈ, ਤਿਵੇਂ ਹੀ ਸਭ ਜੀਵ ਖੇਡਣ ਵਾਲੇ ਹਨ। उज्जड़ मार्ग सब तुम ही कीना। हे प्रभु, ਸੰਸਾਰ ਰੂਪ ਉਜਾੜ ਵਿੱਚ ਆਉਣ ਜਾਣ ਵਾਲਾ ਕੁਰਾ ਅਤੇ ਆਪਣੀ ਪ੍ਰਾਪਤੀ ਲਈ ਭਗਤੀ ਸਹਿਤ ਗਿਆਨ ਦਾ ਰਸਤਾ ਸਾਰਾ ਤੂੰ ਆਪ ਹੀ ਪੈਦਾ ਕੀਤਾ ਹੋਇਆ ਹੈ। ਚੱਲੈ ਨਾਹੀ ਕੋ ਵਿਪੜਾ। ਤੇਰੇ ਹੁਕਮ ਤੋਂ ਉਲਟ ਕੋਈ ਵੀ ਨਹੀਂ ਚੱਲ ਸਕਦਾ। ਇੱਕ ਬੈਸਾਏ ਰੱਖੇ ਗ੍ਰਹਿ ਅੰਤਰ। हे ਪ੍ਰਭੂ, ਇੱਕ ਜੀਵ ਤੂੰ ਘਰ ਦੇ ਵਿੱਚ ਹੀ ਬਿਠਾ ਕੇ ਰੱਖੇ ਹੋਏ ਹਨ। ਇੱਕ ਪਠਾਏ ਦੇਸ ਦੇ ਸੰਤਰ। ਇੱਕ ਜੀਵ ਦੇਸ਼ਾਂ ਵਿਦੇਸ਼ਾਂ ਵਿੱਚ ਭੇਜੇ ਹੋਏ ਹਨ। ਇਸੇ ਪ੍ਰਕਾਰ ਇੱਕ ਬੈਸਾਏ ਰੱਖੇ ਗ੍ਰਹਿ ਅੰਤਰ। ਇੱਕ ਗੁਰਮੁਖਾਂ ਨੂੰ ਸਤ ਸੰਗਤ ਰੂਪੀ ਘਰ ਵਿੱਚ ਬਿਠਾ ਰੱਖਿਆ ਹੈ, ਜੋ ਨਿਰਵਿਕਲਪ ਸਮਾਧੀ ਲਗਾ ਕੇ ਹਿਰਦੇ ਅੰਦਰੋਂ ਤੇਰੇ ਸਰੂਪ ਦੀ ਪ੍ਰਾਪਤੀ ਕਰਦੇ ਹਨ। ਇੱਕ ਪਠਾਏ ਦੇਸ ਦੇ ਸੰਤਰ। ਇੱਕ ਮਨਮੁਖਾਂ ਨੂੰ ਸਰੀਰਾਂ ਨੂੰ ਦੇਸ਼ਾਂ ਦੇਸ਼ਾਂਤਰਾਂ ਵਿੱਚ ਭੇਜਣਾ ਕੀਤਾ ਹੈ। ਇੱਕ ਹੀ ਕਉ ਕਾਸ ਇੱਕ ਹੀ ਕਉ ਰਾਜਾ। ਇੱਕ ਨਾ ਨੂੰ ਘਾਹ ਖਤਾਉਂਦਾ ਹੈ ਅਤੇ ਇੱਕ ਨਾ ਨੂੰ ਰਈਅਤ ਦਾ ਮਾਲਕ ਬਣਾ ਦਿੰਦਾ ਹੈ। ਇਸੇ ਪ੍ਰਕਾਰ ਇੱਕ ਹੀ ਕਉ ਕਾਸ ਇੱਕ ਹੀ ਕਉ ਰਾਜਾ। ਇੱਕ ਨਾ ਨੂੰ ਵਿਸ਼ੇ ਰੂਪੀ ਘਾਹ ਖਤਾਉਂਦਾ ਹੈ ਅਤੇ ਇੱਕ ਨਾ ਨੂੰ ਰਾਜੇ ਭਾਵ ਗਿਆਨ ਮਾਨ ਬਣਾ ਦਿੰਦਾ ਹੈ। ਇਨ ਮਹ ਕਹੀਐ ਕਿਆ ਕੂੜਾ। ਇਹਨਾਂ ਵਿੱਚ ਕੀ ਝੂਠਾ ਕਹਿਣਾ ਕਰੀਏ। ਭਾਵ ਤੂੰ ਜੋ ਕਰਦਾ ਹੈ ਉਹ ਠੀਕ ਹੀ ਕਰਦਾ ਹੈ। ਅਗਲੇ ਪਦ ਵਿੱਚ ਸਤਿਗੁਰੂ ਜੀ ਜਗਿਆਸੂ ਮੁਖ ਦੁਆਰਾ ਪ੍ਰਸ਼ਨ ਕਰਦੇ ਹਨ। ਕਵਨ ਸੋ ਮੁਕਤੀ ਕਵਨ ਸੋ ਨਰਕਾ। ਉਹ ਮੁਕਤੀ ਕਿੰਜ ਪ੍ਰਾਪਤ ਹੁੰਦੀ ਹੈ, ਉਹ ਨਰਕ ਜੀਵਾਂ ਨੂੰ ਕਿਵੇਂ ਮਿਲਦਾ ਹੈ। ਕਵਨ ਸਸਾਰੀ ਕਵਨ ਸੋ ਭਗਤਾ। ਜੀਵ ਸੰਸਾਰੀ ਕਿੰਜ ਹੁੰਦਾ ਹੈ, ਉਹ ਭਗਤ ਕਿਵੇਂ ਹੁੰਦਾ ਹੈ। ਕਵਨ ਸੋ ਦਾਨਾ ਕਵਨ ਸੋ ਹੋਛਾ। ਉਹ ਜਾਣਨ ਵਾਲਾ ਗਿਆਤਾ ਕਿੰਜ ਹੁੰਦਾ ਹੈ, ਉਹ ਮੂਰਖ ਕਿਸ ਪ੍ਰਕਾਰ ਹੁੰਦਾ ਹੈ। ਕਵਨ ਸੋ ਸੁਰਤਾ ਕਵਨ ਜੜਾ। ਉਹ ਸ੍ਰੇਸ਼ਟ ਗਿਆਤ ਸ੍ਰੇਸ਼ਟ ਪ੍ਰੀਤੀ ਵਾਲਾ
ਕਿੰਜ ਹੁੰਦਾ ਹੈ ਅਤੇ ਕਿਸ ਪ੍ਰਕਾਰ ਮੂਰਖ ਹੁੰਦਾ ਹੈ। ਹੁਣ ਸਤਿਗੁਰੂ ਜੀ ਅਗਲੇ ਪਦ ਵਿੱਚ ਉੱਤਰ ਬਖਸ਼ਿਸ਼ ਕਰ ਰਹੇ ਹਨ। ਹੁਕਮੇ ਮੁਕਤੇ ਹੁਕਮੇ ਨਰਕਾ। ਹੇ ਪ੍ਰਭੂ, ਤੇਰੇ ਹੁਕਮ ਦੇ ਵਿੱਚ ਹੀ ਗੁਰਮੁਖਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਹੁਕਮ ਦੇ ਵਿੱਚ ਹੀ ਮਨਮੁਖ ਨਰਕਾਂ ਵਿੱਚ ਪੈਂਦੇ ਹਨ। ਹੁਕਮ ਸਸਾਰੇ ਹੁਕਮੇ ਭਗਤਾ। ਹੁਕਮ ਦੇ ਵਿੱਚ ਹੀ ਜੀਵ ਸੰਸਾਰੀ ਹੁੰਦਾ ਹੈ ਅਤੇ ਹੁਕਮ ਵਿੱਚ ਹੀ ਤੇਰੀ ਭਗਤੀ ਕਰਨ ਵਾਲਾ ਦਾਸ ਬਣ ਜਾਂਦਾ ਹੈ। ਭਗਤ ਤੇਰੇ ਦਰ ਸੋਹੰਦ ਸਿਫਤ ਕਰੇ ਅਰਦਾਸ। ਹੁਕਮੇ ਹੋਛਾ ਹੁਕਮੇ ਦਾਨਾ। ਤੇਰੇ ਹੁਕਮ ਦੇ ਵਿੱਚ ਹੀ ਜੀ ਮੂਰਖ ਹੁੰਦਾ ਹੈ। ਹੁਕਮ ਦੇ ਵਿੱਚ ਹੀ ਦਾਨਾਈ ਵਾਲਾ ਸਿਆਣਾ ਹੁੰਦਾ ਹੈ। ਦੂਜਾ ਨਾਹੀ ਅਵਰ ਤੜਾ। ਦੂਜਾ ਹੋਰ ਕੋਈ ਪੱਖ ਨਹੀਂ ਜੋ ਗਿਆਨਵਾਨ ਅਤੇ ਮੂਰਖ ਬਾਰੇ ਦਸੀਏ। ਭਾਵ ਤੇਰੇ ਹੁਕਮ ਦੇ ਅੰਦਰ ਹੀ ਗਿਆਨਵਾਨ ਅਤੇ ਮੂਰਖ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਕੋਈ ਮੂਰਖ ਨਹੀਂ ਹੈ ਆਪਣੇ ਆਪ, ਕੋਈ ਆਪਣੇ ਆਪ ਸਿਆਣਾ ਗਿਆਨੀ ਜੀ ਨਹੀਂ ਬਣ ਸਕਦਾ। ਤੇਰੇ ਹੁਕਮ ਦੇ ਮੁਤਾਬਕ ਹੀ ਜਿੰਨਾ ਕੁ ਤੂੰ ਸਿਆਣਪ ਦਿੰਦਾ ਬੰਦੇ ਸਿਆਣੇ ਬਣਦੇ ਨੇ, ਤੇ ਜਿਨ੍ਹਾਂ ਨੂੰ ਤੂੰ ਅਕਲ ਦਿੰਦਾ ਹੀ ਨਹੀਂ ਹੈ। ਆ ਡੰਗਰ ਵੀ ਤਾਂ ਹਨ, ਬੰਦਿਆਂ ਦੇ ਵਿੱਚ ਵੀ ਜਿੰਨੀ ਕੁ ਅਕਲ ਤੂੰ ਪਾਉਂਦਾ ਹੈ। ਕਹਿੰਦੇ ਨੇ ਕਿ ਬਹੁਤਾ ਜ਼ਿਆਦਾ ਕੋਈ ਸਿਆਣਾ ਗਿਆਨੀ ਜਾਂ ਵਿਗਿਆਨੀ, ਆ ਨਾਸਾ ਦੇ ਵਿਗਿਆਨੀ ਵੀ ਭਾਵੇਂ ਹੋਣ, ਜਿਹੜਾ ਦਿਮਾਗ ਹੈ ਬੰਦੇ ਦਾ ਕੇਵਲ 10% ਕੰਮ ਕਰਦਾ, ਵੱਧ ਤੋਂ ਵੱਧ ਵਿਗਿਆਨੀ ਦਾ। ਸਾਡੇ ਵਰਗਿਆਂ ਦਾ 2% ਕੰਮ ਕਰਦਾ, ਬਾਕੀ ਪੱਥਰ ਹੈ, ਨਿਲ ਹੈ। ਸੋ ਜਿਹਨੂੰ ਮਹਾਰਾਜ ਜਿਵੇਂ ਬਖਸ਼ਿਸ਼ ਕਰਦਾ ਹੈ ਤਿਵੇਂ ਉਹਦੀ ਚਾਲ ਚੱਲਦੀ ਹੈ। ਆਪਣੇ ਆਪ ਕੋਈ ਕੁਝ ਨਹੀਂ ਕਰ ਸਕਦਾ ਹੈ। ਸਾਗਰ ਕੀ ਨਾਇਤ ਤੁਮ ਪਾਰਾ। ਇਹ ਪ੍ਰਮਾਤਮਾ ਤੂੰ ਆਪ ਹੀ ਅਤਿਅੰਤ ਬਹੁਤ ਵੱਡਾ ਭਾਰੀ ਸੰਸਾਰ ਰੂਪ ਸਮੁੰਦਰ ਬਣਾਉਣਾ ਕੀਤਾ ਹੈ। ਇੱਕ ਖੜੇ ਰਸਾ ਤਲ ਕਰ ਮਨ ਮੁਖ ਗਵਾਰਾ। ਉਹਨਾਂ ਦੇ ਵਿੱਚੋਂ ਇੱਕ ਨਾ ਇੰਦਰੀਆਂ ਰੂਪ ਗਾਈਆਂ ਨੂੰ ਵਿਸ਼ੇ ਰੂਪ ਘਾਹ ਚਰਾਉਣ ਵਾਲੇ ਜਿਹੜੇ ਗਵਾਰ ਮੂਰਖ ਮਨਮੁਖ ਪੁਰਖ ਨੇ, ਉਹਨਾਂ ਨੂੰ ਨਰਕਾਂ ਦੇ ਵਿੱਚ ਲਿਜਾ ਕੇ ਖੜਾ ਕਰ ਦਿੰਦਾ ਹੈ। ਇੱਕ ਨਾ ਪਾਰ ਲੰਘਾਵਹਿ ਆਪੇ। ਕਈਆਂ ਗੁਰਮੁਖਾਂ ਨੂੰ ਤੂੰ ਆਪ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਸਤਿਗੁਰ ਜਿਨ ਕਾ ਸੱਚ ਬੇੜਾ। ਜਿਨ੍ਹਾਂ ਦਾ ਸੱਚਾ ਸਤਿਗੁਰੂ ਜਹਾਜ਼ ਰੂਪ ਬਣਿਆ ਹੈ, ਜਾਂ ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰਾਂ ਪਾਸੋਂ ਸੱਚੇ ਨਾਮ ਦਾ ਬੇੜਾ ਪ੍ਰਾਪਤ ਕੀਤਾ ਹੈ। ਕੌਤਕ ਕਾਲ ਇਹ ਹੁਕਮ ਪਠਾਇਆ। ਜੋ ਤਮਾਸ਼ਾ ਕਰਨ ਵਾਲਾ ਕਾਲ ਹੈ, ਇਹ ਤੂੰ ਆਪ ਹੀ ਆਪਣੇ ਹੁਕਮ ਦੇ ਅਨੁਸਾਰ ਸੰਸਾਰ ਵਿੱਚ ਭੇਜਿਆ ਹੋਇਆ ਹੈ। ਜੀ ਜਨਤਾ ਉਪਾਏ ਸਮਾਇਆ। ਜੋ ਅਸਤੂਲ ਜੀਵ ਤੇ ਸੂਖਮ ਜੀਵਾਂ ਨੂੰ, ਛੋਟੇ ਜਨਤਾ ਨੂੰ ਪੈਦਾ ਕਰਕੇ ਸਮਾਇਆ ਨਾਸ ਕਰੀ ਜਾ ਰਿਹਾ ਹੈ। ਵੇਖੈ ਵਿਗਸੈ ਸਭ ਰੰਗ ਮਾਣੇ। ਤੂੰ ਆਪ ਹੀ ਸੰਸਾਰ ਨੂੰ ਦੇਖ ਕਰਕੇ ਖੁਸ਼ ਹੁੰਦਾ ਹੈ ਕਿ ਜੀਵ ਅਣਹੋਈ ਹੀ ਹੰਗਦਾ ਕਰੀ ਫਿਰਦੇ ਨੇ। ਫਿਰ ਸਾਰੇ ਜੀਵਾਂ ਅੰਦਰ ਵਿਆਪਕ ਹੋ ਕੇ ਤੂੰ ਆਨੰਦ ਮਾਣਦਾ ਹੈ। ਰਚਨ ਕੀਨਾ ਇੱਕ ਆਖਾੜਾ। ਸਭ ਸੰਸਾਰ ਨੂੰ ਇੱਕ ਅਖਾੜਾ, ਮਤਲਬ ਪਹਿਲਵਾਨਾਂ ਦੇ ਘੁਲਣ ਦਾ ਅਸਥਾਨ ਬਣਾਉਣਾ ਕੀਤਾ ਹੈ। ਆਪੇ ਛਿੰਝ ਪਵਾਏ ਮੱਲਾ ਖਾੜਾ ਰਚਿਆ, ਲੱਥੇ ਭੜਥੂ ਪਾਏ ਗੁਰਮੁਖ ਮਚਿਆ।
ਤੇ ਇਉਂ ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਵਿਵੇਕ ਅਤੇ ਮੋਹ ਰੂਪੀ ਪਹਿਲਵਾਨ ਦੀ ਕੁਸ਼ਤੀ ਹੋ ਰਹੀ ਹੈ। ਕਦੀ ਤਾਂ ਮੋਹ ਜਿੱਤ ਜਾਂਦਾ, ਵਿਵੇਕ ਦੇ ਮੋਢੇ ਲੱਗ ਜਾਂਦੇ ਨੇ, ਤੇ ਕਿਤੇ ਵਿਵੇਕ ਜਿੱਤ ਜਾਂਦਾ ਹੈ। ਦੁਨੀਆ ਦੇ ਵਿੱਚ ਸਟਰਗਲ ਚੱਲਦੀ ਰਹਿੰਦੀ ਹੈ। ਕਈ ਵਾਰ ਤਾਂ ਇੰਝ ਲੱਗਦਾ ਵੀ ਸੱਚ ਬਿਲਕੁਲ ਹੀ ਮਰ ਗਿਆ, ਖਤਮ ਹੋ ਗਿਆ, ਝੂਠ ਦਾ ਬੋਲਬਾਲਾ ਹੋ ਜਾਂਦਾ, ਪਰ ਸੱਚ ਹੁੰਦਾ ਜ਼ਰੂਰ ਹੈ। ਉਹ ਸਮਾਂ ਆਉਣ ਦੇ ਫਿਰ ਪ੍ਰਗਟ ਹੋ ਜਾਂਦਾ। ਜਦ ਨਵੇਂ ਪਾਤਸ਼ਾਹ ਜੀ ਦਾ ਪਾਵਨ ਸੀਸ ਉਤਰਿਆ ਸੀ ਤੇ 1500 ਘਰ ਦਿੱਲੀ ਵਿੱਚ ਸਿੱਖਾਂ ਦੇ ਸੀ, ਸਾਰੇ ਅੰਦਰ ਵੜ ਗਏ ਸੀ। ਇੱਕਦਮ ਵਾਸ਼ ਹੋ ਗਿਆ ਸਭ ਕੁਝ, ਵੀ ਪਤਾ ਨਹੀਂ ਹੁਣ ਕੀ ਹੋ ਗਿਆ, ਪਤਾ ਨਹੀਂ ਖਤਮ ਹੀ ਹੋ ਗਿਆ ਸਾਰਾ ਕੁਝ। ਜਦ ਛੋਟੇ ਸਾਹਿਬਜ਼ਾਦੇ ਧਰਤੀ ਤੇ ਡਿੱਗੇ ਸਨ ਤੇ ਜਰਵਾਣੀਆਂ ਤੇਰੇ ਤਲਵਾਰਾਂ ਨਾਲ ਸੀਸ ਉਤਾਰੇ ਸੀ, ਉਦੋਂ ਤਾਂ ਇੱਕਦਮ ਦੁਨੀਆ ਘਬਰਾ ਗਈ ਸੀ ਵੀ ਪਤਾ ਨਹੀਂ ਹੁਣ ਗਿਆ ਸਭ ਕੁਝ, ਕੁਝ ਨਹੀਂ ਰਿਹਾ। ਪਰ ਗੁਰੂ ਪਿਆਰੀ ਸਾਧ ਸੰਗਤ ਜੀਓ, ਸਮਾਂ ਸਮਾਂ ਸਮਰੱਥ ਹੈ। ਰੱਬ ਤਾਂ ਹਨੇਰੀ ਵਗਾਏ ਤੇ ਸਭ ਕੁਝ ਹੀ ਢਾ ਕੇ ਲੈ ਜਾਂਦਾ, ਰੱਬ ਅੱਗੇ ਨਹੀਂ ਕਿਸੇ ਦਾ ਜ਼ੋਰ। ਵੇਖੋ ਸਮਾਂ ਆਇਆ, ਬੰਦੇ ਬਹਾਦਰ ਨੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ, ਸਰਹੰਦ ਦੀ ਇੱਟ ਖੜਕਾਈ। ਉਹਨਾਂ ਨੂੰ ਸੁਪਨਾ ਵੀ ਨਹੀਂ ਸੀ ਆਉਂਦਾ ਵੀ ਇੰਝ ਸਾਡੇ ਨਾਲ ਹੋ ਜਾਊਗਾ, ਪਰ ਪਰਮਾਤਮਾ ਦਾ ਸਮਰੱਥ ਕਲਗੀਧਰ ਦਸ਼ਮੇਸ਼ ਪਿਤਾ ਨੇ ਤਲਵਾਰ ਉਠਾਈ। ਉਹ ਆਪ ਤਾਂ ਸੱਚਖੰਡ ਚਲੇ ਗਏ, ਪਰ ਉਹਨਾਂ ਨੇ ਆਪ ਦੀ ਸੋਚ, ਆਪ ਦਾ ਦਿਮਾਗ, ਆਪ ਦੀ ਪਾਵਰ ਖਾਲਸੇ ਵਿੱਚ ਫਿੱਟ ਕਰ ਦਿੱਤੀ। ਸਿੱਖ ਪੰਜਨ ਮੈਂ ਮੇਰੋ ਵਾਸਾ, ਗੁਰੂ ਗੋਬਿੰਦ ਸਿੰਘ ਸਿੱਖਾਂ 'ਚ ਪ੍ਰਵੇਸ਼ ਕਰ ਗਏ। ਉਹ ਅੱਜ ਵੀ ਜਿਉਂਦੇ ਨੇ, ਉਹਨਾਂ ਦੀ ਸੋਚ ਨੂੰ ਕੋਈ ਮਾਰ ਨਹੀਂ ਸਕਦਾ। ਇਸ ਵਾਸਤੇ ਗੁਰਦੁਆਰਾ ਨਿਸ਼ਾਨ ਸਾਹਿਬ ਕੇਸਰੀ ਝੰਡਾ ਜਿੰਦਾਬਾਦ, ਇਹ ਕਦੀ ਨਹੀਂ ਮਰਦਾ। ਹਾਂ, ਲੋਕਾਂ ਦੀ ਨਿਗਾਹ ਦੇ ਵਿੱਚ ਕਈ ਵਾਰ ਮਹਿਸੂਸ ਹੁੰਦਾ ਹੈ, ਪਰ ਹੈ ਹੀ ਜਿੰਦਾਬਾਦ। ਇਹਨੂੰ ਕੋਈ ਦਬਾਉਣ ਵਾਲਾ ਦੁਨੀਆ 'ਚ ਨਹੀਂ ਹੈ। ਇਸ ਲਈ ਇਹ ਮਹਾਰਾਜ ਨੇ ਇੱਕ ਅਖਾੜਾ ਬਣਾਇਆ ਹੈ। ਘੋਲ ਕਬੱਡੀ ਹੁੰਦੀ ਹੈ, ਕਦੀ ਕੋਈ ਹਾਰ ਜਾਂਦਾ, ਕਦੀ ਕੋਈ ਜਿੱਤ ਜਾਂਦਾ ਹੈ। ਸੱਚੋਂ ਔਰ ਸਭ ਕੋ ਉੱਪਰ ਸੱਚ ਆਚਾਰ। ਵੱਡਾ ਸਾਹਿਬਾ ਵੱਡੀ ਨਾਈ। ਇਹ ਪਰਮਾਤਮਾ, ਤੂੰ ਤ੍ਰੈ ਕਾਲ ਬਾਦਰੂ ਬਹੁਤ ਵੱਡਾ ਮਾਲਕ ਹੈ, ਅਤੇ ਤੇਰੀ ਮਹਿਮਾ ਜਾਂ ਸਤਿਰਾਮ ਰੂਪ ਆਵਾਜ਼ ਵੀ ਬਹੁਤ ਵੱਡੀ ਹੈ। ਵੱਡਾ ਤਾਰ ਵੱਡੀ ਜਿਸ ਜਾਏ। ਤੂੰ ਹੀ ਸਭ ਤੋਂ ਵੱਡਾ ਦਾਤਾ ਹੈ, ਜਿਸ ਆਪ ਜੀ ਦੀ ਸੰਸਾਰ ਸਤ ਸੰਗਤ ਸਰੂਪ ਰੂਪੀ ਵੱਡੀ ਜਗ੍ਹਾ ਹੈ। ਅਗਮ ਅਗੋਚਾਰਾ ਬੇਅੰਤ ਅਤੁਲਾ। ਇਹ ਪ੍ਰਭੂ ਤੂੰ ਮਨ ਕਰਕੇ ਗਮਦਾਂ ਤੋਂ ਰਹਿਤ, ਇੰਦਰੀਆਂ ਦੀ ਅਵਿਸ਼ ਅੰਧ ਤੋਂ ਰਹਿਤ, ਅਤੇ ਸ਼ਾਸਤਰ ਪ੍ਰਮਾਣ ਨੂੰ ਵਟੀਆਂ ਕਰਕੇ ਤੋਲਣ ਤੋਂ ਰਹਿਤ ਹੈ। ਨਾਹੀਂ ਕਿਸ ਆਹੜਾ। ਤੇਰੇ ਤੋਂ ਕੁਝ ਵੀ ਅਣਮਿਣਿਆ ਹੋਇਆ ਨਹੀਂ ਹੈ, ਜਾਂ ਤੇਰਾ ਅੰਦਾਜ਼ਾ ਲਾਉਣ ਵਾਲਾ ਕੋਈ ਵੀ ਨਹੀਂ ਹੈ। ਕੀਮਤ ਕੋਏ ਨਾ ਜਾਣ ਦੂਜਾ। ਇਹ ਪ੍ਰਭੂ ਤੇਰੀ ਸਮਗਰ ਮਹਿਮਾ ਰੂਪ ਕੀਮਤ ਨੂੰ ਹੋਰ ਦੂਜਾ ਕੋਈ ਵੀ ਨਹੀਂ ਜਾਣ ਸਕਦਾ। ਆਪੇ ਆਪ ਨਿਰੰਜਨ ਪੁੱਜਾ। ਇਹ ਸ਼ੁੱਧ ਸਰੂਪ ਪ੍ਰਭੂ ਤੂੰ ਆਪਣੇ ਆਪ ਦੇ ਬਰਾਬਰ। ਇਹ ਪੂਜਾ, ਪੁੱਜਣ ਦਾ ਅਰਥ ਹੈ ਅਦਕ ਲਾ ਕੇ, ਕੱਸ ਕੇ, ਜਿਵੇਂ ਸਿੰਘ ਜੀ ਨੇ ਬੋਲਿਆ ਇਸ ਤਰ੍ਹਾਂ ਪਾਠ ਕਰਨਾ ਹੈ। ਤੂੰ ਆਪ ਦੇ ਬਰਾਬਰ ਆਪ ਹੀ ਪੁੱਜ ਰਿਹਾ, ਜਾਂ ਆਪਣੇ ਆਪ ਨੂੰ ਆਪ ਹੀ ਪੂਜ ਰਿਹਾ ਹੈ। ਆਪ ਸੋ ਗਿਆਨੀ ਆਪ ਧਿਆਨੀ। ਤੂੰ ਆਪ ਹੀ ਸ੍ਰੇਸ਼ਟ ਗਿਆਨਵਾਨ, ਸ੍ਰੇਸ਼ਟ ਸਰੂਪ ਦਾ ਅਪਰੋਗ ਗਿਆਨੀ ਹੈ, ਅਤੇ ਆਪ ਹੀ ਸਰਗੁਣ ਸਰੂਪ ਦਾ ਧਿਆਨ ਲਾਉਣ ਵਾਲਾ ਧਿਆਨੀ ਹੈ। ਆਪ ਸਤਵੰਤਾ ਅਤ ਗਾੜਾ। ਆਪ ਹੀ ਸਤ ਸੰਦੋਖ ਵਾਲਾ, ਅਤੇ ਆਪ ਹੀ ਅਤਿਅੰਤ
ਘਣੇ ਪ੍ਰਤਾਪ ਵਾਲਾ ਹੈ। ਕੀਤੜਿਆਂ ਦਿਨ ਗੁਪਤ ਕਹਾਇਆ, हे ਪ੍ਰਭੂ ਤੂੰ ਕਿਤਨੇ ਹੀ ਦਿਨ ਭਾਵ ਕਿਤਨੇ ਯੁਗਾਂ ਅੰਦਰ ਨਿਰਗੁਣ ਸਰੂਪ ਦੇ ਵਿੱਚ ਛਿਪਿਆ ਹੋਇਆ ਹੀ ਅਖਵਾਇਆ ਹੈ। ਕੀਤੜਿਆਂ ਦਿਨ ਸੁਨ ਸਮਾਇਆ, ਕਿਤਨੇ ਹੀ ਦਿਨ ਭਾਵ ਕਿੰਨੇ ਯੁਗ ਤੂੰ ਅਫੁਰ ਸਰੂਪ ਹੋ ਕੇ ਸਵੈ ਸੱਤਾ ਸਵੈ ਮਹਿਮਾ ਦੇ ਅੰਦਰ ਹੀ ਸਮਾਇਆ ਰਹਿਣਾ ਕੀਤਾ ਸੀ। ਕੀਤੜਿਆਂ ਦਿਨ ਧੁੰਦੂਕਾਰਾ, ਕਿਤਨੇ ਹੀ ਦਿਨ ਭਾਵ ਕਿਤਨੇ ਹੀ ਯੁਗ ਹਨੇਰਾ ਹੀ ਕਰ ਦਿੱਤਾ ਸੀ। ਆਪੇ ਕਰਤਾ ਪ੍ਰਗਟੜਾ, ਫਿਰ ਆਪ ਹੀ ਆਪਣੇ ਆਪ ਤੋਂ ਸਾਰਾ ਸੰਸਾਰ ਪ੍ਰਗਟ ਕਰਨਾ ਕੀਤਾ ਹੈ। ਆਪੇ ਸਗਤੀ ਸਬਲ ਕਹਾਇਆ, ਫਿਰ ਆਪ ਹੀ ਤੋਂ ਮਾਇਆ ਆਪ ਦੇ ਆਸਰੇ ਗ੍ਰਹਿਣ ਕਰਕੇ ਸਹਿਤ ਬਲ ਦੇ ਅਖਵਾਉਣਾ ਕੀਤਾ। ਆਪੇ ਸੂਰਾ ਅਮਰ ਚਲਾਇਆ, ਆਪ ਹੀ ਸੂਰਜ ਆਦਿਕ ਪੈਦਾ ਕੀਤੇ ਜਾਂ ਆਪ ਹੀ ਸੂਰਮਾ ਕਰਕੇ ਹੁਕਮ ਚਲਾਉਣਾ ਕੀਤਾ। ਆਪੇ ਸਿਵ ਵਰਤਾਈ ਅਨੰਤਰ, ਆਪ ਹੀ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਸ਼ਾਂਤੀ ਵਰਤਾਉਣਾ ਕੀਤੀ ਹੈ। ਜਾਂ ਹੈ ਕਲਿਆਣ ਸਰੂਪ ਪ੍ਰਭੂ ਤੂੰ ਆਪ ਹੀ ਭਗਤਾਂ ਦੇ ਅੰਦਰ ਆਪਣੀ ਭਗਤੀ ਬ੍ਰਹਮ ਦੇ ਰੂਪ ਸ਼ਾਂਤੀ ਵਰਤਾਉਣਾ ਕੀਤੀ ਹੈ। ਆਪੇ ਸੀਤਲ ਠਾਰ ਗੜਾ, ਤੂੰ ਆਪ ਹੀ ਠੰਡੇ ਗੜੇ ਵਾਂਗ ਸੀਤਲ ਰੂਪ ਜਾਂ ਜਿਵੇਂ ਗੜਾ ਠੰਡਾ ਠਾਰ ਹੁੰਦਾ ਹੈ ਇੰਜ ਤੂੰ ਸੀਤਲਤਾ ਦੇਣ ਵਾਲਾ ਹੈ। ਜਿਸੈ ਨਿਵਾਜੇ ਗੁਰਮੁਖ ਸਾਜੇ, ਹੇ ਪ੍ਰਭੂ ਜਿਸ ਨੂੰ ਤੂੰ ਨਿਵਾਜਣਾ ਵਡਿਆਉਣਾ ਚਾਹੁੰਦਾ ਹੈ ਉਸ ਦੇ ਅੰਦਰ ਮੁਖੀ ਗੁਰਾਂ ਦੁਆਰਾ ਸ਼ੁਭ ਗੁਣ ਸਾਜਣਾ ਕਰਦਾ ਹੈ। ਨਾਮ ਵਸੈ ਤਿਸ ਅਨਹਦ ਵਾਝੇ, ਤਿਸ ਮਨੁੱਖ ਦੇ ਹਿਰਦੇ ਅੰਦਰ ਤੇਰਾ ਨਾਮ ਵਸ ਜਾਂਦਾ ਹੈ ਅਤੇ ਹੱਦ ਤੋਂ ਰਹਿਤ ਇੱਕ ਸਤਨਾਮ ਸ੍ਰੀ ਵਾਹਿਗੁਰੂ ਰੂਪ ਵਾਜੇ ਵਜਾਉਂਦੇ ਹਨ। ਤਸਹਿ ਸੁਖਾਂ ਤਸਹਿ ਠਕੁਰਾਈ, ਤਿਸ ਮਨੁੱਖ ਨੂੰ ਹੀ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ, ਤਿਸ ਨੂੰ ਹੀ ਸਾਹਿਬੀ ਪ੍ਰਧਾਨਤਾ ਪ੍ਰਾਪਤ ਹੁੰਦੀ ਹੈ। ਤਿਸ ਹੈ ਨਾ ਆਵੈ ਜਮ ਨੇੜਾ, ਤਿਸ ਮਨੁੱਖ ਦੇ ਯਮਦੂਤ ਵੀ ਪਾਸ ਨਹੀਂ ਆਉਂਦਾ, ਭਾਵ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਕੀਮਤ ਕਾ ਗਦਾ ਕਹੀਂ ਨ ਜਾਈ, हे ਪ੍ਰਭੂ ਕਾਗਜ਼ਾਂ ਪਰ ਲਿਖੇ ਵੀ ਤੇਰੀ ਸਮਗਰ ਮਹਿਮਾ ਰੂਪ ਕੀਮਤ ਕਹੀ ਨਹੀਂ ਜਾ ਸਕਦੀ। ਕਹੋ ਨਾਨਕ ਬੇਅੰਤ ਗੁਸਾਈ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ हे ਪ੍ਰਭੂ ਤੂੰ ਅੰਤ ਤੋਂ ਰਹਿਤ ਸਭ ਦਾ ਗੁਸਾਈ ਮਾਲਕ ਹੈ। ਆਦ ਮਦ ਅੰਤ ਪ੍ਰਭ ਸੋਈ, हे ਪਰਮੇਸ਼ਰ ਸੋਈ ਤੂੰ ਜਗਤ ਦੀ ਆਦ ਵਿੱਚ ਅਧਿਸ਼ਠਾਨ ਰੂਪ ਮੱਧ ਵਿੱਚ ਵਿਆਪਕ ਰੂਪ ਅਤੇ ਅੰਤ ਨੂੰ ਸਿਧਾਂਤ ਰੂਪ ਹੈ। ਹਾਥ ਤਿਸੈ ਕੈ ਨਿਬੇੜਾ, ਤਿਸ ਆਪ ਜੀ ਦੇ ਹੱਥ ਵਿੱਚ ਹੀ ਇਨਸਾਫ ਹੈ। ਤਿਸੈ ਸਰੀਕ ਨਹੀਂ ਰੇ ਕੋਈ, ਰੇ हे ਭਾਈ ਕੋਈ ਵੀ ਉਸ ਪਰਮੇਸ਼ਰ ਨਾਲ ਸ਼ਰੀਕਾ ਕਰਨ ਵਾਲਾ ਭਾਵ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੈ। ਕਿਸੇ ਬੁੱਤਾਂ ਜਵਾਬ ਨ ਹੋਈ, ਕਿਸੇ ਦੇ ਪਾਸੋਂ ਪਰਮੇਸ਼ਰ ਨਾਲ ਇਨਕਾਰ ਨਹੀਂ ਹੋ ਸਕਦਾ ਜਾਂ ਕਿਸੇ ਵੀ ਬਹਾਨੇ ਕਰਕੇ ਪਰਮੇਸ਼ਰ ਦੇ ਤਾਈਂ ਜਵਾਬ ਨਹੀਂ ਹੋ ਸਕਦਾ। ਨਾਨਕ ਕਾ ਪ੍ਰਭ ਆਪੇ ਆਪੇ, ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਸਾਡੇ ਦਾਸਾਂ ਦਾ ਸਾਡੇ ਜਨਾਂ ਦਾ
ਪਰਮੇਸ਼ਰ ਆਪੇ ਆਪ ਹੀ ਸਮਰੱਥ ਹੈ, ਜੋ ਸਾਡਾ ਮਾਲਕ ਹੈ। ਜਾਂ ਇਸੇ ਪ੍ਰਕਾਰ ਨਾਨਕ ਕਾ ਪ੍ਰਭ ਆਪੇ ਆਪੇ, ਉਹ ਆਪ ਹੀ ਜੀਵਾਂ ਪਾਸੋਂ ਹਿਸਾਬ ਕਿਤਾਬ ਕਰਦਾ ਹੈ, ਆਪ ਹੀ ਬਖਸ਼ਣ ਵਾਲਾ ਹੈ। ਘਰ ਘਰ ਵੇਖਾਂ ਚੋਜ ਖੜਾ, ਉਹ ਸਾਰਿਆਂ ਦੇ ਹਿਰਦਿਆਂ ਸੱਚਖੰਡ ਵਿੱਚ ਖੜਾ ਖਲੋਤਾ, ਭਾਵ ਸਥਿਤ ਹੋਇਆ ਸਾਰੇ ਕੌਤਕ ਕਰ ਕਰਕੇ ਦੇਖ ਰਿਹਾ ਹੈ। ਮਾਰੂ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਕ ਦਿਨ ਗੁਰਦੁਆਰਾ ਗੁਰੂ ਕੇ ਬਾਗ, ਜਿੱਥੇ ਅੱਜ ਕੱਲ੍ਹ ਮੰਜੀ ਸਾਹਿਬ ਦੀਵਾਨ ਹਾਲ PTC ਚੈਨਲ ਤੋਂ ਲਾਈਵ ਹਰਿਮੰਦਰ ਸਾਹਿਬ ਦੇ ਹੁਕਮਨਾਮੇ ਦੀ ਕਥਾ ਵਿਚਾਰ ਹੁੰਦੀ ਹੈ। ਦੀਵਾਨ ਹਾਲ ਦੇ ਬਾਰ-ਬਾਰ ਸੱਜੇ ਪਾਸੇ ਇੱਕ ਸੰਗਮਰਮਰ ਦਾ ਮੰਜੀ ਸਾਹਿਬ ਬਣਿਆ ਹੋਇਆ ਹੈ। ਉੱਥੇ ਗੁਰੂ ਸਾਹਿਬ ਬਿਰਾਜਮਾਨ ਸਨ, ਉੱਥੇ ਬੈਠ ਕੇ ਕਥਾ ਕਰਿਆ ਕਰਦੇ ਸਨ ਅਤੇ ਅਨੇਕਾਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਤਦੋਂ ਸੰਗਤਾਂ ਦੀ ਪ੍ਰੇਰਨਾ ਕਰਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਜਿਵੇਂ ਸ਼ਿਵ ਪੁਰਾਣ ਵਿੱਚ ਸ਼ਿਵ ਸਤੋਤਰ ਲਿਖਿਆ, ਬ੍ਰਹਮ ਪੁਰਾਣ ਵਿੱਚ ਬ੍ਰਹਮ ਸਤੋਤਰ ਲਿਖਿਆ ਅਤੇ ਵਿਸ਼ਨੂੰ ਪੁਰਾਣ ਵਿੱਚ ਵਿਸ਼ਨੂੰ ਸਤੋਤਰ ਆਉਂਦੇ ਨੇ, ਇਉਂ ਸੰਸਾਰ ਵਿੱਚ ਈਸ਼ਰ ਦੇ ਨਾਮਾਂ ਦੇ ਸਹਸਰ ਨਾਮੇ ਬਣੇ ਹੋਏ ਹਨ। ਜਿਵੇਂ ਆਪ ਜੀ ਇਸ ਸਮਗਰ ਬਾਣੀ ਹੀ ਨਾਮ ਰੂਪ ਰਚ ਰਹੇ ਹੋ, ਉਵੇਂ ਇੱਕ ਐਸਾ ਵੀ ਸ਼ਬਦ ਉਚਾਰੋ ਜਿਸ ਵਿੱਚ ਸ਼ੇਸ਼ ਨਾਗ ਆਦਿਕਾਂ ਦੇ ਦੁਆਰਾ ਈਸ਼ਰ ਦੇ ਲਏ ਗਏ ਸਮਗਰ ਨਾਮਾਂ ਦਾ ਚਿੰਤਨ ਹੋ ਸਕੇ, ਜਿਸ ਦੇ ਪੜ੍ਹਨ ਸੁਣਨ ਨਾਲ ਸਰਗੁਣ ਅਤੇ ਨਿਰਗੁਣ ਸਰੂਪ ਦੇ ਨਾਮਾਂ ਦਾ ਬੋਧ ਹੋ ਸਕੇ। ਤਦੋਂ ਸਤਿਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਪ੍ਰਾਰਥਨਾ ਸੁਣ ਕੇ ਪਰਮੇਸ਼ਰ ਦੇ ਨਿਰਗੁਣ ਸਰਗੁਣ ਸਰੂਪ ਦੇ ਕੀਰਤਨ ਨਾਮਾਂ ਬਾਰੇ ਕਥਨ ਕਰਕੇ ਅਤੇ ਫਿਰ ਸਤਨਾਮ ਤੇਰਾ ਪਰਾ ਪੁਰਬਲਾ ਦੱਸਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਗੁਰਸਿੱਖ ਸੰਗਤਾਂ ਇਸ ਸ਼ਬਦ ਦਾ ਨਾਮ ਸਹੰਸਰ ਨਾਮਾ ਕਰਕੇ ਲੈਂਦੀਆਂ ਨੇ। ਬੇਅੰਤ ਬਾਣੀਆਂ ਵਾਲੇ ਗੁਟਕੇ ਸਾਹਿਬ ਦੇ ਵਿੱਚ ਵੀ ਸਹੰਸਰ ਨਾਮਾ ਸਰਲੇਖ ਇਹ ਸ਼ਬਦ ਲਿਖਿਆ, ਆਪ ਪੜ੍ਹ ਸਕਦੇ ਹੋ। ਪੁਰਾਤਨ ਗੁਰਸਿੱਖ ਇਸ਼ਨਾਨ ਕਰਨ ਸਮੇਂ ਇਹ ਸ਼ਬਦ ਜ਼ਰੂਰ ਪੜ੍ਹਦੇ ਹੁੰਦੇ ਸਨ ਅਤੇ ਨਿਤਨੇਮ ਦੀਆਂ ਬਾਣੀਆਂ ਤੋਂ ਪਹਿਲਾਂ ਇਸ ਸ਼ਬਦ ਦਾ ਇੱਕ ਵਾਰ ਜ਼ਰੂਰ ਪਾਠ ਕਰਦੇ ਹੁੰਦੇ ਸਨ। ਮੈਨੂੰ ਵੀ ਇਹ ਸ਼ਬਦ ਅਤੀ ਸੁੰਦਰ ਅਤੀ ਪਿਆਰਾ ਲੱਗਦਾ ਹੈ, ਇਸ ਕਰਕੇ ਮੈਂ ਵੀ ਕੋਸ਼ਿਸ਼ ਕਰਦਾ ਵੀ ਡੇਲੀ ਪੜ੍ਹਿਆ ਜਾਏ। ਸਤਿਗੁਰੂ ਮਹਾਰਾਜ ਸਹਸਰਨਾਮਾ ਉਚਾਰ ਰਹੇ ਨੇ। ਅਚੂਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ। ਹੇ ਅਗੇੜ ਆਪ ਦੀ ਪਦਵੀ ਤੋਂ ਗਿਰਨ ਤੋਂ ਰਹਿਤ ਪ੍ਰਭੂ, ਤੂੰ ਪਾਪਾਂ ਤੇ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ ਅਤੇ ਤੂੰ ਹੀ ਪਰਮ ਵੱਡਾ ਈਸ਼ਵਰ ਹੈ। ਭਾਵ ਵਿਦਾਂਤੀਆਂ ਦੇ ਅਨੁਸਾਰ ਮੰਨੇ ਵਿਸ਼ਨੂੰ, ਗਣੇਸ਼, ਸ਼ਿਵ, ਸ਼ਕਤੀ ਅਤੇ ਸੂਰਜ ਇਹ ਪੰਜ ਈਸ਼ਰ ਕਾਰਜ ਰੂਪ ਨੇ ਅਤੇ ਤੂੰ ਕਾਰਨ ਰੂਪ ਹੈ। ਤੂੰ ਹੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ ਹੈ। ਘਾਟ ਘਾਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨੰਦ। ਪ੍ਰਭ ਮੇਰਾ ਅੰਤਰਜਾਮੀ ਜਾਣ। ਮਧੂਸੂਦਨ ਦਾਮੋਦਰ ਸੁਆਮੀ। ਤੂੰ ਮਧੂ ਅਤੇ ਕੈਟਬ ਨਾਮ ਦੇ ਅੰਤਾਂ ਨੂੰ ਕੱਟਣ ਵਾਲਾ ਮਾਰਨ ਵਾਲਾ ਹੈ। ਮਹਾਭਾਰਤ ਅਤੇ ਕਾਲਕਾ ਪੁਰਾਣ ਆਦਿ ਵਿੱਚ ਕਥਾ ਹੈ ਕਿ ਮਧ ਤੇ ਕੈਟਬ ਨਾਮੇ ਦੋ ਦੈਤ ਵਿਸ਼ਨੂੰ ਦੇ ਕੰਨ ਦੀ ਮੈਲ ਤੋਂ ਪੈਦਾ ਹੋਏ ਸਨ
ਅਤੇ ਆ ਜਿਹੜਾ ਗਣੇਸ਼ ਜੀ ਮਹਾਰਾਜ ਇਹ ਪਾਰਵਤੀ ਦੇ ਸਰੀਰ ਉੱਪਰ ਇੰਨੀ ਮੈਲ ਚੜੀ ਹੋਈ ਸੀ, ਪਤਾ ਨਹੀਂ 10 ਸਾਲਾਂ ਬਾਅਦ ਨਹਾਤੀ ਸੀ ਜਾਂ ਪਤਾ ਨਹੀਂ ਬਟਣਾ ਮਲ ਕੇ ਮੈਲ ਲਾਈ ਸੀ। ਉਹਨੇ ਆਪਦੇ ਸਰੀਰ ਦੀ ਮੈਲ ਤੋਂ ਲਾ ਕੇ ਉਹ ਗੁੱਡਾ ਜਿਹਾ ਬਣਾ ਕੇ ਰੱਖਤਾ, ਉਹ 'ਚ ਜਾਨ ਪਾ ਕੇ ਉਹਨੂੰ ਗਣੇਸ਼ ਬਣਾ ਕੇ ਪੈਰੇ 'ਤੇ ਖੜੇ ਕੀਤਾ ਸੀ ਨਹਾਉਣ ਲੱਗਿਆ। ਇਹ ਉਲਟੀਆਂ ਸਿੱਧੀਆਂ ਜਿਹੀਆਂ ਗੱਲਾਂ ਲਿਖੀਆਂ ਮਿਲਦੀਆਂ ਨਹੀਂ ਗ੍ਰੰਥਾਂ 'ਚ, ਪਰ ਪੜ੍ਹਨੀਆਂ ਪੈਂਦੀਆਂ ਨੇ। ਜੋ ਲੋਕਾਂ ਨੇ ਮੰਨਿਆ ਹੈ ਮੱਧ ਤੇ ਕੈਟ ਬਨਾਮੇ ਦੋ ਦੈਤ ਵਿਸ਼ਨੂੰ ਦੇ ਕੰਨ ਦੀ ਮੈਲ ਤੋਂ ਪੈਦਾ ਹੋਏ ਸਨ। ਜਿਵੇਂ ਕਲਗੀਧਰ ਨੇ ਵੀ ਬਚਿੱਤਰ ਨਾਟਕ ਦੇ ਵਿੱਚ ਇਹ ਪੁਰਾਤਨ ਪੁਰਾਣਿਕ ਸਟੋਰੀ ਲਿਖੀ ਹੈ, ਇੱਕ ਕੰਨ ਦੇ ਮੈਲ ਨਕਾਰਾ, ਇਸ ਤਰ੍ਹਾਂ ਬਚਨ ਆਉਂਦੇ ਨੇ। ਤੇ ਬ੍ਰਹਮਾ ਜੋ ਅਜੈ ਨਾਭ ਕਮਲ ਵਿੱਚੋਂ ਜੰਮਿਆ ਹੀ ਸੀ, ਉਹਨੂੰ ਮਾਰਨ ਲਈ ਇਹ ਦੌੜੇ ਦੈਤ। ਤਦੋਂ ਬ੍ਰਹਮਾ ਨੇ ਡਰ ਕੇ ਵਿਸ਼ਨੂੰ ਜੀ ਦੇ ਅੱਗੇ ਬੇਨਤੀ ਕੀਤੀ ਵੀ ਇਹ ਬਦਾਵਾਂ ਤੋਂ ਮੇਰੀ ਰੱਖਿਆ ਕਰੋ। ਤਦੋਂ ਵਿਸ਼ਨੂੰ ਨੇ 5000 ਵਰਾ ਇਹਨਾਂ ਨਾਲ ਜੰਗ ਕੀਤਾ ਅਤੇ ਅਖੀਰ ਉਹਨਾਂ ਦੈਂਤਾਂ ਨੇ ਹੱਸ ਕੇ ਵਿਸ਼ਨੂੰ ਨੂੰ ਕਿਹਾ ਕਿ ਅਸੀਂ 2 ਬਲਵਾਨ ਸੂਰਮੇ ਆ ਤੇ ਤੂੰ ਇਕੱਲਾ ਹੈ, ਤੇ ਫਿਰ ਵੀ ਤੂੰ 5000 ਵਰਾ ਸਾਡੇ ਨਾਲ ਮੱਥਾ ਲਾਇਆ, ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ। ਜਾ ਨਿਆਣਿਆ, ਇਹ ਬੱਚਿਆ ਸਾਡੇ ਤੋਂ ਕੋਈ ਵਰ ਮੰਗ ਲੈ। ਤਦੋਂ ਵਿਸ਼ਨੂੰ ਨੇ ਕਿਹਾ ਕਿ ਸੂਰਮਾ ਦਾਨੀ ਵੀ ਹੁੰਦਾ, ਇਸ ਲਈ ਤੁਸੀਂ ਮੈਨੂੰ ਆਪਣੇ ਸਿਰ ਹੀ ਭੇਂਟ ਦੇ ਦਿਓ। ਉਹਨਾਂ ਨੇ ਕਿਹਾ ਕਿ ਸਾਗਰ ਵਿੱਚ ਜਿੱਥੇ ਖੁਸ਼ਕੀ ਹੋਵੇ, ਭਾਵ ਜ਼ਮੀਨ ਹੋਵੇ, ਉੱਥੇ ਸਾਡੇ ਸਿਰ ਕੱਟ ਲਵੇਂ। ਤਦੋਂ ਵਿਸ਼ਨੂੰ ਨੇ 48 ਕੋ ਇਲਾਕੇ ਵਿੱਚ ਚੌਂਕੜੀ ਲਗਾਈ ਅਤੇ ਆਪਣੇ ਪੱਟ ਵਾਲੀ ਥਾਂ ਖੁਸ਼ਕ ਦਿਖਾ ਕੇ ਕਹਿੰਦਾ ਵੇਖ ਲਓ ਖੁਸ਼ਕ ਜਗ੍ਹਾ ਹੈ, ਉਹਨਾਂ ਦੇ ਸਿਰ ਕੱਟ ਲਏ ਸਨ। ਇਹੋ ਵਿਸ਼ਨੂੰ ਦਾ ਨਾਮ ਮਧੂਸੂਦਨ ਉਦੋਂ ਤੋਂ ਪਿਆ ਹੈ। ਹੇ ਮਹਾਰਾਜ, ਤੂੰ ਮਧੂ ਤੇ ਕੈਟ ਬਨਾਮ ਦੈਂਤਾਂ ਨੂੰ ਕੱਟਣ ਵਾਲਾ, ਮਾਰਨ ਵਾਲਾ ਹੈ, ਅਤੇ ਤੂੰ ਹੀ ਦਾਮੋਦਰ ਸੁਆਮੀ, ਦਾਮ ਪਲਸ ਉਦਰ ਸੰਧੀ ਕੀਤੀ ਹੈ 2 ਸ਼ਬਦਾਂ ਦੀ। ਉਦਰ ਨਾਮ ਹੈ ਪੇਟ ਦਾ, ਦਾਮ ਨਾਮ ਹੈ ਰੱਸੀ ਦਾ, ਪੇਟ ਨਾਲ ਰੱਸੀ ਬੰਨਣ ਵਾਲਾ। ਕ੍ਰਿਸ਼ਨ ਰੂਪੀ ਤੂੰ ਆਪ ਹੀ ਹੈ ਅਤੇ ਤੂੰ ਹੀ ਸਭਨਾਂ ਦਾ ਸੁਆਮੀ ਮਾਲਕ ਹੈ। ਇੱਕ ਵਾਰ ਦੀ ਗੱਲ ਹੈ ਕਿ ਜਿਹੜੀਆਂ ਗੋਪੀਆਂ ਸਨ ਉਹਨਾਂ ਨੇ ਯਸ਼ੋਦਾ ਦੇ ਕੋਲ ਸ਼ਿਕਾਇਤ ਲਗਾਈ ਵੀ ਆਪਦੇ ਮੁੰਡੇ ਨੂੰ ਤੂੰ ਸਾਂਭ ਕੇ ਨਹੀਂ ਰੱਖਦੀ। ਇਹ ਸਾਡੇ ਘਰਾਂ ਦੇ ਵਿੱਚ ਆ ਕੇ ਜਿਹੜੇ ਉਹ ਛੱਤ ਦੇ ਨਾਲ ਰੱਸੀ ਬੰਨ੍ਹ ਕੇ ਮਟਕੀਆਂ ਜਿਹੀਆਂ ਟੰਗੀਆਂ ਹੁੰਦੀਆਂ ਸੀਗੀਆਂ, ਕੁਲੇਲਾ ਮਾਰ ਕੇ ਭੰਨ ਕੇ ਥੱਲੇ ਮੂੰਹ ਕਰ ਦਿੰਦਾ ਸੀਗਾ ਤੇ ਮੱਖਣੀ ਚੋਰੀ ਕਰਕੇ ਖਾ ਜਾਂਦਾ। ਇਹਨੂੰ ਆਪਦੇ ਮੁੰਡੇ ਨੂੰ ਸਾਂਭ। ਉਹਨੇ ਤੰਗ ਆ ਕੇ ਕ੍ਰਿਸ਼ਨ ਜੀ ਨੂੰ ਇਲਤਾਂ ਤੋਂ ਵਰਜਣ ਲਈ ਉਹਦੇ ਪੇਟ ਦੇ ਨਾਲ ਰੱਸੀ ਪਾ ਕੇ ਉਖਲ ਦੇ ਨਾਲ ਬੰਨ੍ਹ ਦਿੱਤਾ ਸੀ। ਜਦੋਂ ਕ੍ਰਿਸ਼ਨ ਨੇ ਉਖਲ ਨੂੰ ਖਿੱਚਿਆ ਤਾਂ 2 ਜੜਤ ਯਮਲਾਰਜਨ ਬ੍ਰਿਕਸ਼ ਸਨ, ਉਹ ਦੋਵੇਂ ਜੜ੍ਹਾਂ ਤੋਂ ਪੁੱਟੇ ਗਏ ਸਨ। ਜਦੋਂ ਕੁਮੇਰ ਦੇ ਪੁੱਤਰ ਨਲ ਤੇ ਇਹ ਕੁਬਰ ਸਨ, ਇਹਨਾਂ ਨੂੰ ਸ਼ਰਾਪ ਹੋਇਆ ਸੀਗਾ ਤੇ ਇਹ ਦੋਵੇਂ ਭਰਾ ਜਮਲਾਰਜਨ ਦਰਖਤ ਬਣੇ ਹੋਏ ਸੀਗੇ। ਕ੍ਰਿਸ਼ਨ ਨੇ ਉਹਨਾਂ ਨੂੰ ਖਿੱਚ ਕੇ ਪੁੱਟ ਕੇ ਉਹਨਾਂ ਦੀ ਕਲਿਆਣ ਕੀਤੀ। ਇਉਂ ਇਸ ਗੱਲ ਤੋਂ ਕ੍ਰਿਸ਼ਨ ਦਾ ਨਾਮ ਦਮੋਦਰ ਪੈ ਗਿਆ ਸੀਗਾ। ਇਹ ਮਹਾਰਾਜ ਤੂੰ ਹੀ ਸੋ ਦਮੋਦਰ ਰੂਪ ਹੋਇਆ ਹੈ, ਆਪਦੇ ਪੇਟ ਨਾਲ ਰੱਸੀ ਬੰਨਣ ਵਾਲਾ ਕ੍ਰਿਸ਼ਨ ਰੂਪ ਹੈ। ਇਸੇ ਪ੍ਰਕਾਰ ਮਧੂਸੂਦਨ ਦਾਮੋਦਰ ਸੁਆਮੀ, ਇਹ ਸੁਆਮੀ ਤੂੰ ਹੰਕਾਰ ਰੂਪੀ ਮਧੂ ਦੈਂਤ ਨੂੰ ਕੱਟਣ ਵਾਲਾ ਤੇ ਤੂੰ ਹੀ ਭਗਤਾਂ ਦੀ ਪ੍ਰੇਮ ਰੂਪ ਰੱਸੀ ਨਾਲ ਆਪਣੇ ਹਿਰਦੇ ਰੂਪ ਪੇਟ ਨੂੰ ਬਣਾਇਆ ਹੋਇਆ ਹੈ। ਤੂੰ ਭਗਤਾਂ ਕੇ ਵਸ, ਭਗਤਾਂ ਦਾਨ ਤੇਰਾ। ਰਿਖੀ ਕੇ ਸਾਂ ਗੋਵਰਧਨ ਤਾਰੀ, हे ਪ੍ਰਭੂ ਤੂੰ ਹੀ ਰਿਖੀਆਂ ਦਾ ਈਸ਼ਵਰ ਹੈ ਜਾਂ ਰਖੀਕ ਇੰਦਰੀਆਂ ਦਾ ਏਸ ਈਸ਼ਵਰ, ਭਾਵ ਚੇਸ਼ਟਾ ਕਰਾਉਣ ਵਾਲਾ ਚੇਤਨ ਸਰੂਪ ਹੈ। ਅਤੇ ਤੂੰ ਹੀ ਗੋਵਰਧਨ ਨਾਮੇ ਪਹਾੜ ਨੂੰ ਆਪਣੀ ਚੀਜੀ ਉਂਗਲ ਤੇ ਧਾਰਨ ਵਾਲਾ ਹੈ। ਜਿਸ ਮੌਕੇ ਕ੍ਰਿਸ਼ਨ ਭਗਵਾਨ ਨੇ ਗੋਕਲ ਨਿਵਾਸੀਆਂ ਤੋਂ ਇੰਦਰ ਦੀ ਪੂਜਾ ਬੰਦ ਕਰਵਾ ਦਿੱਤੀ ਸੀ,
ਤਦੋਂ ਇੰਦਰ ਨੇ ਕ੍ਰੋਧ ਵਿੱਚ ਆ ਕੇ ਬੱਦਲਾਂ ਤੋਂ ਗੋਕੁਲ ਉੱਪਰ ਮੂਸਲਾਧਾਰ ਮੀਂਹ ਪਵਾਇਆ, ਬੱਦਲ ਫਟਾ ਹੀ ਦਿੱਤੇ। ਉਸ ਸਮੇਂ ਕ੍ਰਿਸ਼ਨ ਜੀ ਨੇ ਗੋਵਰਧਨ ਪਰਬਤ ਨੂੰ ਆਪਣੀ ਛੋਟੀ ਚੀਚੀ ਉਂਗਲ ਉੱਪਰ ਇੱਕ ਛਤਰੀ ਦੀ ਤਰ੍ਹਾਂ ਚੁੱਕ ਕੇ 28 ਦਿਨ ਉੱਥੇ ਬਿੰਦਰਾਵਨ ਵਾਸੀਆਂ ਦੀ ਰੱਖਿਆ ਕੀਤੀ, ਗੋਕਲ ਦੀ ਰੱਖਿਆ ਕੀਤੀ। ਇਉਂ ਗੋਵਰਧਨ ਪਰਬਤ ਨੂੰ ਚੁੱਕਣ ਕਰਕੇ ਗੋਵਰਧਨਧਾਰੀ ਨਾਮ ਪੈ ਗਿਆ ਸੀਗਾ। ਇਸ ਲਈ ਇੱਥੇ ਗੋਵਰਧਨਧਾਰੀ ਲਿਖਿਆ ਹੈ। ਜਾਂ ਗੋਵਰਧਨ ਪ੍ਰਿਥਵੀ ਦੀ ਆਰਾਧਨਾ ਕਰਕੇ ਤੂੰ ਪ੍ਰਿਥਵੀ ਨੂੰ ਧਾਰਨ ਵਾਲਾ, ਭਾਵ ਰੱਖਿਆ ਕਰਨ ਵਾਲਾ ਹੈ। ਮੁਰਲੀ ਮਨੋਹਰ ਹਰ ਰੰਗਾ। ਅਤੇ ਹੇ ਮਹਾਰਾਜ, ਮੁਰਲੀ ਨਾਮ ਹੈ ਬਾਂਸਰੀ ਦਾ, ਤੂੰ ਬਾਂਸਰੀ ਵਜਾਉਣ ਕਰਕੇ ਮੁਰਲੀ ਵਾਲਾ ਨਾਮ ਅਖਵਾਉਂਦਾ ਹੈ। ਜਾਂ ਨਿਰਗੁਣ ਸਰੂਪ ਦੇ ਵਿੱਚ ਚੇਤਨ ਸੱਤਾ ਰੂਪੀ ਮੁਰਲੀ ਵਜਾਉਣ ਵਾਲਾ ਹੈ। ਮਨੋਹਰ ਮਨਾਂ ਨੂੰ ਆਕਰਸ਼ਣ ਸ਼ਕਤੀ ਨਾਲ ਹਰਨ ਵਾਲਾ ਹੈ। ਅਤੇ ਹਰ ਰੰਗਾ ਹਰੇਕ ਰੂਪਾਂ ਆਕਾਰਾਂ ਨੂੰ ਧਾਰਨ ਵਾਲਾ ਹੈ। ਜਾਂ ਹਰੇਕ ਦੇ ਪਾਪਾਂ ਨੂੰ ਹਰਨ ਵਾਲਾ ਤੇ ਸਾਰਿਆਂ ਵਿੱਚ ਰੰਗਿਆ ਹੋਇਆ ਹੈ। ਮੋਹਨ ਮਾਧਵ ਕ੍ਰਿਸ਼ਨ ਮੁਰਾਰੇ। ਹੇ ਪ੍ਰਭੂ, ਤੂੰ ਮੋਹਨ, ਮੋਹ ਨੂੰ ਨਾਸ਼ ਕਰ ਲੈਣ ਵਾਲਾ ਹੈ। ਜਾਂ ਸੰਤਾਂ ਦੇ ਮੋਹ ਹਨ, ਮੋਹ ਨੂੰ ਨਾਸ਼ ਕਰਨ ਵਾਲਾ ਹੈ। ਮੋਹ ਨੂੰ ਮਨ ਨੂੰ ਮੋਹ ਲੈਣ ਵਾਲਾ ਹੈ, ਮੋਹਨ। ਜਾਂ ਮਾਧਵ ਮਾਇਆ ਦਾ ਪਤੀ ਹੈ ਤੇ ਕ੍ਰਿਸ਼ਨ ਕਾਲੇ ਰੰਗ ਕਰਕੇ ਕ੍ਰਿਸ਼ਨ ਰੂਪ ਹੈ। ਜਾਂ ਕ੍ਰਿਸ਼ਨ ਕਮਜ਼ੋਰੀ ਤੋਂ ਰਹਿਤ ਹੈ, ਅਗਨੀ ਦੀ ਤਰ੍ਹਾਂ ਪ੍ਰਕਾਸ਼ ਰੂਪ ਹੈ। ਅਤੇ ਮੁਰਾਰੇ ਗੁਰਦੈਂਦ ਨੂੰ ਮਾਰਨ ਵਾਲਾ ਹੈ। ਗੁਰ ਨਹੀਂ, ਮੁਰਦੈਂਦ ਨੂੰ ਮਾਰਨ ਵਾਲਾ ਹੈ ਮੁਰਾਰੇ। ਸੋ ਮੁਰਦੈਂਦ ਦਾ ਅਰੀ ਵੈਰੀ ਹੈ, ਮਾਰਨ ਵਾਲਾ ਵੀ ਤੂੰ ਆਪ ਹੈ। ਜਗਦੀਸ਼ਵਰ ਹਰ ਜੀਓ ਅਸੁਰ ਸੰਘਾਰੇ। ਇਹ ਹਰੀ ਪਰਮੇਸ਼ਰ ਜੀਓ, ਤੂੰ ਜਗਤ ਦਾ ਈਸ਼ਰ ਹੈ। ਤੇ ਈਸ਼ਰ ਦਾ ਮਤਲਬ ਮਾਲਕ ਹੈ। ਅਤੇ ਅਸੁਰ ਸੰਘਾਰੇ ਦੈਂਤਾਂ ਨੂੰ ਮਾਰਨਾ ਕਰਦਾ ਹੈ। ਇਸੇ ਪ੍ਰਕਾਰ ਜਗਦੀਸ਼ਵਰ ਹਰ ਜੀਓ ਅਸੁਰ ਸੰਘਾਰੇ। ਤੂੰ ਜਗਿਆਸੂ ਦੇ ਹਿਰਦੇ 'ਚ ਬਿਰਤੀ ਅਰੂੜ ਹੋ ਕੇ ਆਸੁਰੀ ਸੰਪਦਾ ਨੂੰ ਮਾਰਨਾ ਕਰਦਾ ਹੈ। ਜਗ ਜੀਵਨ ਅਬਨਾਸੀ ਠਾਕੁਰ। हे ਪ੍ਰਭੂ, ਤੂੰ ਜਗਤ ਦਾ ਜੀਵਨ ਰੂਪ ਹੈ, ਨਾਸ਼ ਤੋਂ ਰਹਿਤ ਤੇ ਸਭ ਦਾ ਠਾਕੁਰ ਸੁਆਮੀ ਹੈ। ਜੋ ਠਾਕੁਰ ਨਾਮ ਉਸ ਵਕਤ ਪਿਆ ਜਿਸ ਸਮੇਂ ਵਿਸ਼ਨੂੰ ਜੀ ਨੇ ਜਲੰਧਰ ਦੇਣ ਦਾ ਰੂਪ ਧਾਰਨ ਕਰਕੇ, ਕਿਉਂਕਿ ਜਲੰਧਰ ਕਿਸੇ ਕੋ ਜਿੱਤਿਆ ਨਹੀਂ ਸੀ ਜਾਂਦਾ, ਦੇਵਤਿਆਂ ਨੇ ਵਿਸ਼ਨੂੰ ਦੇ ਅੱਗੇ ਰਿਕੁਐਸਟ ਕੀਤੀ ਤਾਂ ਉਹਨੇ ਨਿਕੰਮੇ ਨੇ ਬੁਰਾ ਕੰਮ ਕੀਤਾ। ਜਲੰਧਰ ਦਾ ਰੂਪ ਬਣ ਕੇ ਉਹਨੇ ਵੇਖਿਆ ਵੀ ਇਹਦੀ ਪਤਨੀ ਪਤ ਵਰਤਾ ਧਰਮ ਵਾਲੀ ਹੈ, ਪਹਿਲਾਂ ਉਹਦਾ ਸੱਤ ਭੰਗ ਕਰੋ। ਜਲੰਧਰ ਦੀ ਪਤਨੀ ਬ੍ਰਿੰਦਾ ਰਾਕਸ਼ਣੀ ਦਾ ਸੱਤ ਤੋੜਿਆ ਸੀਗਾ। ਜਦ ਉਹਨੂੰ ਪਤਾ ਲੱਗਾ ਵੀ ਇਹਦਾ ਵਿਸ਼ਨੂੰ ਹੈ ਤਾਂ ਉਹਨੇ ਵਿਸ਼ਨੂੰ ਨੂੰ ਸ਼ਰਾਪ ਦਿੱਤਾ ਕਿ ਜਾ ਤੂੰ ਪੱਥਰ ਬਣ। ਤਦੋਂ ਗੰਡਕਾ ਨਦੀ ਦਾ ਪੱਥਰ ਬਣਿਆ, ਜਿਹਦੇ ਵਿੱਚ ਕਾਲੇ ਰੰਗ ਦੇ ਪੱਥਰ ਚੱਟੀ ਧਾਰੀ ਹੁੰਦੀ ਹੈ, ਜਿਹਨੂੰ ਠਾਕੁਰ ਕਹਿ ਕੇ ਹਿੰਦੂ ਮਤ ਵਿੱਚ ਪੂਜਿਆ ਜਾਂਦਾ ਹੈ। ਫਿਰ ਉਹਨੇ ਵੀ ਸ਼ਰਾਪ ਦੇ ਦਿੱਤਾ ਕਿ ਤੂੰ ਵੀ ਤੁਲਸੀ ਬਣ ਕੇ ਮੇਰੇ ਤੇ ਚੜ੍ਹਿਆ ਕਰੇਂਗੀ। ਇੰਜ ਗੱਲਾਂ ਬਾਤਾਂ ਆਉਂਦੀਆਂ ਨੇ। ਸੋ ਮਹਾਰਾਜ, ਠਾਕੁਰ ਦਾ ਅਰਥ ਹੈ ਸੁਆਮੀ। ਤੂੰ ਹੀ ਸਾਡਾ ਸੁਆਮੀ ਹੈ। ਠਾਕੁਰ ਠ ਸਥਿਤੀ ਕੋ ਪੈਦਾਇਸ਼ ਤੇ ਰ ਲਹਿਤਾ, ਭਾਵ ਉਤਪਤੀ ਸਥਿਤੀ ਤੇ ਲਹਿਤਾ ਕਰਨ ਵਾਲਾ ਤੂੰ ਹੀ ਹੈ। हे ਪ੍ਰਮਾਤਮਾ, ਘਟ ਘਟ ਵਾਸੀ ਹੈ ਸੰਗਾ। ਫਿਰ ਸਰੀਰਾਂ 'ਚ ਵਸਣ ਵਾਲਾ ਤੇ ਸਾਰਿਆਂ ਦਾ ਸਾਥੀ ਹੈ। ਧਰਣੀ ਧਰਈ ਸ ਨਰ ਸਿੰਘ ਨਾਰਾਇਣ। हे ਪ੍ਰਭੂ, ਤੂੰ ਆਪ ਹੀ ਧਰਤੀ ਨੂੰ ਆਸਰਾ ਦੇਣ ਵਾਲਾ ਈਸ਼ਰ ਰੂਪ ਹੈ। ਜਾਂ ਧਰਤੀ ਦੀ ਨਿਆਈ ਖਿਮਾ ਧਾਰਨ ਵਾਲਾ ਸਭਨਾਂ ਦਾ ਈਸ ਰਾਜਾ ਰੂਪ ਹੈ। ਅਤੇ ਨਰ ਸਿੰਘ
ਆਪ ਹੀ ਹਰਨਾਕਸ਼ ਨੂੰ ਮਾਰ ਕੇ ਪ੍ਰਹਿਲਾਦ ਦੀ ਰੱਖਿਆ ਕਰਨ ਵਾਲਾ ਨਰਸਿੰਘ ਰੂਪ ਹੈ। ਹਰ ਵੰਸ਼ ਆਦਿ ਗ੍ਰੰਥਾਂ ਅਨੁਸਾਰ ਇਹ ਵਿਸ਼ਨੂੰ ਦਾ ਚੌਥਾ ਅਵਤਾਰ ਹੈ, ਜਿਸ ਦਾ ਅੱਧਾ ਸਰੀਰ ਨਰ ਪੁਰਖ ਅਤੇ ਅੱਧਾ ਸਰੀਰ ਸ਼ੇਰ ਦਾ ਸੀ। ਭਾਗਵਤ ਵਿੱਚ ਪ੍ਰਸੰਗ ਹੈ ਕਿ ਹਰਨਾਕਸ਼ ਨੇ ਆਪਣੇ ਪੁੱਤਰ ਵਿਸ਼ਨੂੰ ਭਗਤ ਪ੍ਰਹਿਲਾਦ ਨੂੰ ਬਹੁਤ ਦੁੱਖ ਦਿੱਤਾ ਸੀ। ਤਦੋਂ ਦੇਵਤਿਆਂ ਦੇ ਪ੍ਰਹਿਲਾਦ ਦੀ ਰੱਖਿਆ ਲਈ ਵਿਸ਼ਨੂੰ ਨੇ ਨਰਸਿੰਘ ਰੂਪ ਧਾਰ ਕੇ ਅਤੇ ਬ੍ਰਹਮਾ ਦੇ ਦਿੱਤੇ ਵਰਾਂ ਨੂੰ ਪੂਰਾ ਕਰਕੇ ਹਰਨਾਕਸ਼ ਨੂੰ ਨੌਂਦਰਾਂ ਦੇ ਨਾਲ ਚੀਰ ਸੁੱਟਿਆ ਸੀ ਅਤੇ ਐਸੇ ਸਮੇਂ ਮਾਰਿਆ ਜਦੋਂ ਨਾ ਦਿਨ ਤੇ ਨਾ ਰਾਤ ਸੀ। ਮਤਲਬ ਸੰਧਿਆ ਦਾ ਰਹਿ ਰਾਸ ਦਾ ਵੇਲਾ ਸੀ। ਤਾਈਓ ਰਹਿ ਰਾਸ ਦੇ ਵਕਤ ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਹ ਪੰਕਤੀਆਂ ਪੜ੍ਹੀਆਂ ਜਾਂਦੀਆਂ ਨੇ। ਜਿਸ ਸਮੇਂ ਹਰਨਾਕਸ਼ ਜਾਂ ਹਿਰਨਕਸ਼ਿਪ ਕਸ਼ਮੀਰ ਦੇ ਇਲਾਕੇ ਵਾਲੀ ਧਰਤੀ ਪਤਾਲ ਦੇ ਵਿੱਚ ਲੈ ਗਿਆ ਸੀ ਅਤੇ ਉਸ ਦੇ ਦੁਆਲੇ ਰੂੜੀਆਂ ਲਾ ਦਿੱਤੀਆਂ ਕਿ ਭਗਵਾਨ ਗੰਦੀ ਥਾਂ 'ਤੇ ਨਹੀਂ ਆ ਸਕਦਾ, ਤਦੋਂ ਵਿਸ਼ਨੂੰ ਨੇ ਆਪਣਾ ਤੀਜਾ ਅਵਤਾਰ ਸੂਰ ਦਾ ਧਾਰਨ ਕੀਤਾ। ਉਹਨੂੰ ਬਰਾਹ ਅਵਤਾਰ ਕਹਿੰਦੇ ਨੇ। ਬਰਾਹ ਦਾ ਕੰਮ ਹੀ ਗੰਦਗੀ 'ਚ ਬੂਥਾ ਪਾਉਣਾ, ਗੰਦਗੀ 'ਚ ਮੂੰਹ ਮਾਰਦਾ। ਇਉਂ ਬਰਾਹ ਅਵਤਾਰ ਧਾਰ ਕੇ ਤਕਰੀਬਨ 1000 ਵਰਾ ਉਹਦੇ ਨਾਲ ਜੰਗ ਕੀਤਾ ਤੇ ਅੰਦਰ ਨੂੰ ਮੁੱਕੀ ਮਾਰ ਕੇ ਉਹਦਾ ਅੰਤ ਕੀਤਾ ਤੇ ਧਰਤੀ ਨੂੰ ਉੱਪਰ ਲਿਆ ਕੇ ਜੀਵਾਂ ਨੂੰ ਸੁਖੀ ਕੀਤਾ ਸੀਗਾ। ਇਹ ਮਹਾਰਾਜ ਸੱਚੇ ਪਾਤਸ਼ਾਹ, ਤੂੰ ਹਰਨਾਕਸ਼ ਨੂੰ ਮਾਰਨ ਵਾਲਾ ਨਰਸਿੰਘ ਰੂਪ ਵੀ ਆਪ ਹੈ ਜਾਂ ਨਰ ਨਿਹੰਤਾ ਪ੍ਰੇਰਕ ਤੇ ਸਿੰਘ ਸ਼ੁੱਧ ਸਰੂਪ ਬ੍ਰਹਮ ਹੈ, ਅਤੇ ਤੂੰ ਹੀ ਨਾਰਾਇਣ ਨਾਰ ਜਲ ਉੱਪਰ ਆਇਣ ਘਰ ਬਣਾਉਣ ਵਾਲਾ ਵਿਸ਼ਨੂੰ ਰੂਪ ਹੈ, ਜਾਂ ਨਰਾਂ ਵਿੱਚ ਆਇਆ ਹੋਇਆ ਹੈ, ਜਾਂ ਤੇਰੇ ਸਰੂਪ ਦੇ ਵਿੱਚ ਨਾਰਾਇਣ ਅਵਿਦਿਆ ਰੂਪ ਰਾਤ ਨਹੀਂ ਹੈ। ਦਾੜਾ ਅਗਰੇ ਪ੍ਰਥਮ ਤਰਾਇਣ, ਤੂੰ ਆਪ ਹੀ ਬੜਾ ਸਰੂਪ ਹੋ ਕੇ ਆਪਣੀਆਂ ਜਾੜਾਂ ਦੇ ਅੱਗੇ ਧਰਤੀ ਨੂੰ ਰੱਖਣ ਵਾਲਾ ਹੈ। ਇਸੇ ਪ੍ਰਕਾਰ ਦਾੜਾ ਅਗਰੇ ਪ੍ਰਥਮ ਤਰਾਇਣ, ਕਾਲ ਰੂਪ ਦਾੜਾਂ ਦੇ ਅੱਗੇ ਸਾਰੀ ਪ੍ਰਿਥਵੀ ਭਾਵ ਸ੍ਰਿਸ਼ਟੀ ਨੂੰ ਰੱਖਣਾ ਕੀਤਾ, ਅਰਥਾਤ ਸਭ ਨੂੰ ਭਖਣ ਕਰੀ ਜਾ ਰਿਹਾ ਹੈ। ਪਾਵਨ ਰੂਪ ਕੀਆ ਤੁਧ ਕਰਤੇ, ਹੇ ਕਰਤੇ ਅਕਾਲ ਪੁਰਖ, ਤੂੰ ਆਪ ਹੀ ਬਲ ਰਾਜੇ ਨੂੰ ਛਲਣ ਲਈ ਬਾਮਣ ਅਵਤਾਰ ਦਾ ਰੂਪ ਧਾਰਨਾ ਕੀਤਾ ਸੀਗਾ। ਸਭ ਹੀ ਸੇਤੀ ਹੈ ਚੰਗਾ, ਤੂੰ ਸਾਰਿਆਂ ਦੇ ਨਾਲੋਂ ਵੀ ਸ੍ਰੇਸ਼ਟ ਹੈ। ਜਾਂ ਜੋ ਬਾਮਣ ਅਵਤਾਰ ਧਾਰਿਆ ਸੀ ਉਹ ਸਾਰਿਆਂ ਤੋਂ ਹੀ ਚੰਗਾ ਨਿੱਕਾ ਜਿਹਾ ਰੂਪ ਧਾਰਿਆ ਸੀਗਾ। ਸਤਿਯੁਗ ਦੇ ਭਗਤ ਪ੍ਰਹਿਲਾਦ ਜੀ ਦਾ ਪੋਤਾ ਤੇ ਵਿਰੋਚਨ ਦਾ ਪੁੱਤਰ ਜੋ ਮਿੰਦਿਆਵਲੀ ਦੇ ਉਦਰ ਤੋਂ ਪੈਦਾ ਹੋਇਆ, ਇਹ ਬਹੁਤ ਹੀ ਪ੍ਰਤਾਪੀ ਸੀ। ਇਸ ਦਾ ਨਾਮ ਬਲ ਰੱਖਿਆ। ਆਪਣੇ ਪ੍ਰਤਾਪ ਦੇ ਬਲ ਕਰਕੇ ਨੇ ਚਾਰੇ ਪਾਸੇ ਆਪਣਾ ਰਾਜ ਕਾਇਮ ਕਰਕੇ ਰੱਖਿਆ ਹੋਇਆ ਸੀ, ਜਿਸ ਕਾਰਨ ਇਹ ਬਹੁਤ ਹੰਕਾਰੀ ਹੋ ਗਿਆ ਸੀ। ਇਹਨੇ 100 ਜਗ ਕੀਤੇ 100। ਇਹਦੇ ਮਨ ਵਿੱਚ ਇੱਛਾ ਹੋਈ ਕਿ ਸਵਰਗ ਦਾ ਰਾਜ ਵੀ ਪ੍ਰਾਪਤ ਕੀਤਾ ਜਾਏ, ਤਾਂ ਨੇ 101 ਜਗ ਆਰੰਭ ਕੀਤਾ। ਉਸ ਵਕਤ ਇੰਦਰ ਨੂੰ ਬਿਪਤਾ ਪੈ ਗਈ, ਹੱਥਾਂ ਪੈਰਾਂ ਦੀ ਪੈ ਗਈ, ਤਾਂ ਉਹਨੇ ਪਰਮੇਸ਼ਰ ਨੂੰ ਜੇਤੇ ਕੀਤਾ ਕਿ ਮੈਨੂੰ ਬਚਾਓ, ਦੈਂਤ ਨੇ ਨਾ ਇੱਥੇ ਆ ਕੇ ਕਬਜ਼ਾ ਕਰ ਲੈਣਾ। ਉਸ ਵੇਲੇ ਵਿਸ਼ਨੂੰ ਨੇ 52 ਉਂਗਲਾਂ ਵਾਲਾ ਅਵਤਾਰ ਧਾਰਨ ਕੀਤਾ ਤੇ ਇਸ ਨੂੰ ਛਲਣ ਵਾਸਤੇ ਦੇ ਬੂਹੇ ਅੱਗੇ ਆਣ ਖੜਾ ਹੋਇਆ। ਇਸ ਦਾ ਗੁਰੂ ਸ਼ੁਕਰਾਚਾਰੀਏ ਜੋ ਦੈਂਤ ਸੀ, ਉਹਨੇ ਕਿਹਾ ਕਿ ਇਹ ਰਾਜਾ ਬਲ, ਇਹ ਵਿਸ਼ਨੂੰ ਹੈ, ਵਿਸ਼ਨੂੰ, ਇਹ ਬਾਹਮਣ ਨਾ ਸਮਝੀ, ਇਹ ਬੜੇ ਸ਼ੈਤਾਨ ਲੋਕ ਹੁੰਦੇ ਨੇ, ਇਹਨਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਵਿਸ਼ਨੂੰ ਨੇ ਤੈਨੂੰ ਬੌਣੇ ਬਾਹਮਣ ਦਾ ਰੂਪ ਬਣਾ ਕੇ ਠੱਗਣ ਲਈ ਅਵਤਾਰ ਧਾਰਿਆ, ਬਚ ਕੇ ਨਹੀਂ। ਸ਼ੁਕਰਾਚਾਰੀਏ ਦੁਆਰਾ ਬਹੁਤ ਵਰਜਨ ਦੇਵੇ। ਇਹਨੇ ਪਹਿਚਾਣ ਵੀ ਲਿਆ ਵੀ ਵਿਸ਼ਨੂੰ ਹੈ। ਸੋਚਿਆ ਜਾ ਮਣਾ, ਜੇ ਤੇਰੇ ਦਰ ਤੇ ਭਗਵਾਨ ਆ ਕੇ ਖੜਾ ਤੇ ਤੂੰ ਖਾਲੀ ਕਿਉਂ ਮੋੜਦਾ? ਭਗਵਾਨ ਮੰਗਤਾ ਬਣ ਕੇ ਹੈਗਾ, ਜੋ ਮੰਗਦਾ ਦੇ ਦੇ, ਸਰੀਰ ਨੇ ਹਮੇਸ਼ਾ ਨਹੀਂ ਰਹਿਣਾ। ਇਉਂ ਫਰਾਖ ਦਿਲ ਹੋ ਗਿਆ ਸੀਗਾ। ਇਹਨੇ ਉਸ ਬਾਹਮਣ ਅਵਤਾਰ ਨੂੰ ਅੰਦਰ ਬੁਲਾ ਲਿਆ
ਤੇ ਆਪਣੇ ਗੁਰੂ ਨੂੰ ਕਿਹਾ ਕਿ ਬ੍ਰਾਹਮਣ ਸਾਡੇ ਜਗ ਦਾ ਕੀ ਵਿਗਾੜ ਲਏਗਾ। ਇੰਜ ਬਲਰਾਜ ਜੀ ਨੇ ਉਸ ਬ੍ਰਾਹਮਣ ਨੂੰ ਬੈਠਣ ਲਈ ਚੰਦਨ ਦਾ ਮੂੜਾ ਦੇ ਦਿੱਤਾ। ਕਿਸੇ ਵੀ ਮੰਗਤੇ ਨੂੰ ਭੁੱਲ ਕੇ ਵੀ 100 ਗਲਤੀਆਂ ਕਰ ਲਓ, ਪਰ ਭੁੱਲ ਕੇ ਵੀ ਇੱਕ ਗਲਤੀ ਨਾ ਕਰੋ ਵੀ ਮੰਗਤੇ ਨੂੰ ਅੰਦਰ ਆਉਣ ਲਈ ਨਾ ਆਖੋ। ਜਿਹੜਾ ਹੈ ਹੀ ਮੰਗਤਾ, ਕੀ ਪਤਾ ਕੌਣ ਹੈ, ਕਿੱਥੋਂ ਆਇਆ। ਭਾਵੇਂ ਭਗਵਾਨ ਖੁਦ ਵੀ ਆ ਜਾਏ, ਉਹਨੂੰ ਕਹੇ ਵੀ ਸਤਿ ਸ੍ਰੀ ਅਕਾਲ, ਰੋਟੀ ਲੈਣੀ ਹੈ, ਲੈ ਉੱਥੇ ਬਹਿ ਕੇ ਖਾ ਲਾ। ਤੇ ਜੋ ਸਾਡੇ ਕੋਲ ਅਸੀਂ ਉਹੀ ਦਿਆਂਗੇ, ਤੇਰੀ ਡਿਮਾਂਡ ਨਹੀਂ ਪੂਰੀ ਕਰ ਸਕਦੇ। ਕੀ ਪਤਾ ਹੁਣ ਤੂੰ ਕੀ ਮੰਗ ਲੈਣਾ। ਰਾਵਣ ਨੇ ਮੰਗਤਾ ਬਣ ਕੇ ਸੀਤਾ ਦਾ ਵੇਖੋ ਕਿੰਨਾ ਬੁਰਾ ਹਾਲ ਕੀਤਾ, ਵਿਚਾਰੀ ਕਿੰਨਾ ਰੋ ਰੋ ਕਮਲੀ ਹੋ ਗਈ। ਉਹਨੇ ਕਿਹਾ ਵੀਰਾ ਮੈਨੂੰ ਛੱਡ ਦੇ, ਵੀ ਮੈਂ ਤਾਂ ਆਪ ਕਰਮਾਂ ਦੀ ਮਾਰੀ ਹੋਈ ਆ, ਦੁਖੀ ਪਰੇਸ਼ਾਨ ਕੀਤਾ। ਮੰਗਤਾ ਬਣ ਕੇ ਵੇਖੋ ਬੁਰੀ ਹਾਲਤ ਕੀਤੀ। ਇਸੇ ਤਰ੍ਹਾਂ ਆ ਜਿਹੜਾ ਬਾਮਣ ਅਵਤਾਰ ਸੀਗਾ, ਇਹ ਵੀ ਮੰਗਤਾ ਬਣ ਕੇ ਆਇਆ। ਤੇ ਵੇਖੋ ਬਲਰਾਜੇ ਦੀ ਪਿੱਠ ਦੇ ਉੱਪਰ ਇਹਨੇ ਆਪ ਦਾ ਪੈਰ ਰੱਖ ਕੇ ਉਹਨੂੰ ਉੱਥੇ ਭੇਜਿਆ ਜਿੱਥੇ ਉਹਦੀ ਕੋਈ ਬਾਤ ਨਾ ਪੁੱਛੋ। ਅੱਜ ਵੀ ਕਹਿੰਦੇ 7ਵੇਂ ਪਤਾਲ ਦੇ ਵਿੱਚ ਬਲਰਾਜਾ ਬੈਠਾ ਹੋਇਆ ਹੈ। ਜਿਹੜਾ ਰਾਵਣ ਦਾ ਪਿਓ ਸੀਗਾ, ਪਿਓ ਰਾਵਣ ਤਾਂ ਰਾਵਣ ਸੀ, ਇਹਦਾ ਪਿਓ ਉਹਦਾ ਵੀ ਪਿਓ ਸੀਗਾ। ਉਹਦੇ ਪਿਓ ਨੇ ਮੰਗਤਾ ਬਣ ਕੇ शिव जी के कोलों हथ जोड़ के कहता भी मैनू लंका ही दे दे। वो शिव जी नू पार्वती ने तरला मारिया, कहती मैनू घर बना के दे, मड़ियां च लैके तुरया फिरदा। कह लगा पार्वती रब ने साडे कर्मां दे लेख च घर नहीं लिखिया, ये सवाही लिखी है, मड़ियां च रहना पऊगा, तू इत्थे रह, रब दा भाणा मन। पर नारद मुनि ने शैतानी ना मन बिगाड़ता, जद उन्हें तंग परेशान किया, कहते भी विश्वकर्मा नूं बुलाया। कह लगा हाँ महाराज, कहते घर बनाओ, तो कहते दसो जी किस तरह का चाहिए। शिव जी महाराज ने आपदे तरशूल दे नक्शा बनाया, जिस तरह का नक्शा बनाया विश्वकर्मा ने कहते सोने की लंका खड़ी कर दी। उद्घाटन करने लई बामन नूं बुलाया, पंडित नूं, ते भुल भुलेखे जब उद्घाटन हो गया तो कह लगा भी जो तेरे मन की इच्छा मंग ला। इस तरह नहीं सी कहना चाहिए, आप दे वलों दशना दे दिंदा, जो भी 150 देना सी दे के मगरों लाउंदा। लोग लालची बड़े ने, पुछ बैठा तो उन्हें भी मूँह अड्ड लिया मक्खियां पाउण लई। कह लगा महाराज जो मंगोगे दोगे, जो मंगांगा कहते जी हाँ जो मर्जी मंग लो, कहते आ लंका ही दे दो। कहते लो जी, कहते चल पार्वती साडे कर्मां च रब ने मड़ियां लिखियां ने, तैनूं मैं पहले ही दस्सिया सीगा आपां इत्थे रह नहीं सकदे। सो कर्मां तो बगैर विण कर्मा किछ पाइए नाही, जे बहु तेरा धावै रहना नहीं मिलता है। तो मंगता बन गई, वेखो उन्हें उहदी लंका लई सीगी, इसलिए मंगतियां तो बचो। एक मंगती दे अकाउंट चों आ हुणे ही पिछे जे मैं सुनिया इन्हां रेट मारी टैक्स वाले ने 1 करोड़ रुपया उहदे कोलों निकलिया। 1 करोड़ रुपया एक मंगती दे कोलों, मतलब पता नहीं कौन है बंदा किवें है। तो इसलिए लोगों ने हुण ये काफ़ी गल वायरल की है भी पैसे देने की बजाय अगले रोटी खवा दिओ, रहन की जगह प्रोवाइड करा दिओ, कोई लीड़ा कपड़ा दे दिओ, उहदी लोड़ पूरी करो। वैसे साडी गौरमेंट नूं चाहीदा भी आफतां जहाज़ां दे घूमदे ने ते किन्ना रौला पाउंदे ने, इंज उंज इन्हां लोकां नूं चुक के इहो जी जगह ते ले जाना चाहिए जिथे उन्हां दी लोड़ पूरी होवे। सो इस वास्ते बैठण लई चंदन दा मूड़ा दे दिता बलराजे ने। बामन ने वेदां दा पाठ सुनाना शुरू कर दिता। राजा बल बहुत खुश होया, कहन लगा हे ब्राह्मण जी जो तुहाडी इच्छा वो मंगो। ब्राह्मण कहन लगा हे राजा बल होर तां कुछ नहीं चाहिए, मैनू 2.5 कर्मां दी धरती की लोड़ है। बल राजा कहन लगा कि ठीक है, वैसे मेरे वर्गे राजे लिए ये एक शर्मनाक गल है, तू 2.5 कर्मा लेना, कुछ होर मंग ला। कहता नहीं मैनू इन्नी कि बहुत है, कहता मिल ला, धरती नूं मिल लवे ले। बामन अवतार ने अपने शरीर का आकार इन्ना वड्डा कर लिया कि 3 लोकां दियां 2 कर्मां ही कीतियां।
ਕਹਿਣ ਲੱਗਾ ਅੱਧੀ ਕਰਮ ਬਾਕੀ ਹੈ। ਤਾਂ ਬਲ ਰਾਜਾ ਕਹਿਣ ਲੱਗਾ ਹੁਣ ਤਾਂ ਮੇਰਾ ਸਰੀਰ ਹੀ ਹਾਜ਼ਰ ਹੈ, ਇਹ ਵੀ ਰਾਜ ਦਾ ਮਾਲਕ ਹੈ, ਆਪ ਇਸ ਨੂੰ ਵੀ ਮਿਲ ਲੈਣਾ ਕਰੋ। ਤਾਂ ਤੀਜੇ ਕਦਮ 'ਚ ਬਲ ਰਾਜੇ ਦਾ ਸਰੀਰ ਮਿਲ ਲਿਆ ਅਤੇ 7ਵੇਂ ਪਤਾਲ 'ਚ ਧੱਕ ਦਿੱਤਾ। ਇਹਦੀ ਭਗਤੀ ਭਾਵਨਾ ਵੇਖ ਕੇ ਇਹਨੂੰ ਪਤਾਲ ਦਾ ਰਾਜ ਭਾਗ ਥਾਪ ਦਿੱਤਾ। ਅਤੇ ਜਦੋਂ ਮੋਢੇ 'ਤੇ ਪਰਨਾ ਪਾ ਕੇ ਝਾੜ ਕੇ ਲੱਗਾ ਤੁਰਨ, ਤੇ ਬਾਮਣ ਅਵਤਾਰ ਨੂੰ ਬਲ ਰਾਜੇ ਨੇ ਬਾਂਹ ਤੋਂ ਫੜ ਲਿਆ। ਕਹਿੰਦੇ ਹਾਂ ਮਹਾਰਾਜ ਭਗਵਾਨ ਜੀ ਕਿੱਥੇ ਚੱਲੇ ਹੋ? ਕਹਿੰਦੇ ਆਪਦੇ ਲੋਕ ਬੈਕੁੰਠ 'ਚ। ਕਹਿੰਦੇ ਨਹੀਂ ਪੁੱਤ, ਤੂੰ ਭਗਵਾਨ ਹੈ ਨਾ, ਤੂੰ ਕਹਿੰਦਾ ਮੈਂ ਬੜਾ ਸਿਆਣਾ, ਮੈਂ ਛਲਣ ਆਇਆ, ਇੱਥੇ ਚੁੱਪ ਕਰਕੇ ਬੰਦਾ ਬਣ ਕੇ ਬੈਠ ਜਾ। ਬੇਨਤੀ ਬੁਣਦੀ ਕੋਈ ਨਹੀਂ, ਮੈਂ ਆਪਦੀ ਜ਼ੁਬਾਨ ਪੂਰੀ ਕੀਤੀ ਆ, ਹੁਣ ਤੂੰ ਆਪਦੀ ਜ਼ੁਬਾਨ ਨਿਭਾ। ਤੂੰ ਮੈਨੂੰ ਵਾਅਦਾ ਕੀਤਾ ਸੀਗਾ ਵੀ 2.5 ਕਰਮ ਧਰਤੀ ਮੈਨੂੰ ਦਾਨ ਦੇ, ਤੇ ਵੇਦਾਂ ਦੀਆਂ ਸੁਰਤੀਆਂ ਦਾ ਪਾਠ ਸੁਣ ਕੇ ਮੈਂ ਤੇਰੇ ਤੇ ਮੋਹਿਤ ਹੋਇਆ ਸੀ। ਤੂੰ ਮੇਰੇ ਨਾਲ ਵਾਅਦਾ ਕੀਤਾ ਸੀਗਾ ਵੀ ਇਸ ਤਰ੍ਹਾਂ ਦਾ ਪਾਠ ਮੈਂ ਤੈਨੂੰ ਹਮੇਸ਼ਾ ਸੁਣਾਉਂਦਾ ਰਹੂੰਗਾ ਤੇਰੇ ਦੁਆਰੇ ਤੇ ਬੈਠਾ। ਜੇ ਤੂੰ ਮੈਨੂੰ ਜਗ੍ਹਾ ਦੇਂਗਾ ਤੇ ਪੁੱਤ ਚੁੱਪ ਕਰਕੇ ਬੈਠ ਜਾ ਮੇਰੇ ਦਰਵਾਜ਼ੇ ਤੇ, ਤੇ ਪਾਠ ਸੁਣਾਈ ਜਾ। ਹੁਣ ਇਹਦੇ 'ਚ ਹੀ ਭਲਾ ਤੇਰਾ, ਹੁਣ ਨਹੀਂ ਮੈਂ ਤੈਨੂੰ ਜਾਣ ਦਿੰਦਾ। ਤੋ ਇਸ ਵਾਸਤੇ ਛਲਣ ਗਿਆ ਬਲਰਾਜ ਜੀ ਨੂੰ, ਛਲਿਆ ਗਿਆ ਆਪ। ਉਹਦੀ ਬੇਨਤੀ ਦੇ ਅਨੁਸਾਰ ਉਹਦਾ ਦੁਆਰਪਾਲ ਹੋ ਕੇ ਰਹਿਣਾ ਅੰਗੀਕਾਰ ਕੀਤਾ। ਅੱਜ ਤੱਕ ਕਹਿੰਦੇ ਬਲ ਰਾਜਾ 7ਵੇਂ ਪਤਾਲ ਦਾ ਰਾਜ ਕਰ ਰਿਹਾ, ਤੇ ਬਾਮਣ ਅਵਤਾਰ ਹੋ ਕੇ ਵਿਸ਼ਨੂੰ ਉੱਥੇ ਵੇਦਾਂ ਦੀਆਂ ਸੁਰਤੀਆਂ ਦਾ ਪਾਠ ਉਹਨੂੰ ਸੁਣਾ ਰਿਹਾ। ਸੋ ਇੰਜ ਰਾਜੇ ਬਲ ਨੇ ਹੰਕਾਰ ਦੇ ਸਹਿਤ ਆਪਣੇ ਗੁਰੂ ਦੇ ਆਖੇ ਲੱਗੇ ਤੋਂ ਬਗੈਰ ਸਵਰਗ ਦਾ ਰਾਜ ਲੈਂਦੇ ਹੋਏ ਨੂੰ 7ਵੇਂ ਪਤਾਲ 'ਚ ਜਾਣਾ ਪਿਆ ਸੀਗਾ, ਜਿਹਦਾ ਸਾਰਾ ਪ੍ਰਸੰਗ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਇੰਜ ਵਰਣਨ ਕਰਦੇ ਨੇ। ਪਿਆਰ ਨਾਲ ਸੁਣੋ। ਬਲ ਰਾਜਾ ਕਰ ਆਪਣੇ, ਰਾਜਾ ਬਲ ਆਪਣੇ ਘਰ ਦੇ ਅੰਦਰ ਬੈਠਾ ਜਗ ਕਰਾਵੇ, ਅੰਦਰ ਬੈਠਾ ਜਗ ਕਰਾਵੇ। ਘਰ ਦੇ ਅੰਦਰ ਬੈਠਾ ਜਗ ਕਰ ਰਿਹਾ ਸੀ, ਅਸਮੇਧ ਜਗ ਆਕ 101 ਕਰਨ ਤੋਂ ਬਾਅਦ ਸਵਰਗ ਦਾ ਰਾਜ ਇਹਨੇ ਲੈਣਾ ਸੀਗਾ। 52 ਰੂਪੀ ਆਇਆ, ਇੰਦਰ ਤੋਂ ਤੜਫਾ ਪੈ ਗਿਆ ਉਹਦੇ ਤੜਫਣ ਤੋਂ, ਤੇ ਵਿਸ਼ਨੂੰ ਉਹਦਾ ਪ੍ਰੇਰਿਆ 52 ਉਂਗਲਾਂ ਆਕਾਰ ਬ੍ਰਹਮ ਰੂਪ ਧਾਰ ਕੇ ਬਲ ਰਾਜੇ ਦੇ ਦੁਆਰੇ ਤੇ ਆ ਕੇ ਖੜ ਗਿਆ। 4 ਵੇਦ ਮੁਖ ਪਾਠ ਸੁਣਾਵਾ, ਇਹਨੇ ਮਾੜੇ ਕਰਮਾਂ ਨੂੰ ਉਹਨੂੰ ਅੰਦਰ ਬੁਲਾ ਲਿਆ, ਤੇ ਉਹਨੇ ਆਪਦੇ 4 ਵੇਦਾਂ ਦਾ ਜ਼ਬਾਨੀ ਪਾਠ ਸੁਣਾ ਕੇ ਇਹਨੂੰ ਭਰਮਾ ਲਿਆ। ਰਾਜੇ ਅੰਦਰ ਸੱਦਿਆ, ਰਾਜੇ ਨੇ ਅੰਦਰ ਸੱਦ ਕੇ ਜਦ ਉਹਦੇ ਤੋਂ ਪਾਠ ਸੁਣਿਆ। ਮੰਗ ਸੁਆਮੀ ਜੋ ਤੁਧ ਪਾਵੈ, ਕਹਿਣ ਲੱਗਾ ਤੂੰ ਮੇਰਾ ਸੁਆਮੀ ਮਾਲਕ ਹੈ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਤੇ ਬ੍ਰਾਹਮਣ ਹੋਣ ਕਰਕੇ ਸੁਆਮੀ ਆਖਿਆ ਜੋ ਤੈਨੂੰ ਪਾਉਂਦਾ ਮੇਰੇ ਕੋ ਮੰਗ ਲੈ। ਅਸ਼ਲ ਛਲਣ ਤੁਧ ਆਇਆ, ਜਿਹੜਾ ਸ਼ੁਕਰ ਪੁਰੋਹਿਤ ਸੀਗਾ, ਸ਼ੁਕਰ ਪੁਰੋਹਿਤ ਕਹਿ ਸਮਝਾਵੈ, ਇਹ ਦੈਂਤਾਂ ਦਾ ਗੁਰੂ ਬਲ ਰਾਜੇ ਦਾ ਗੁਰੂ ਉੱਥੇ ਬੈਠਾ ਸੀਗਾ। ਉਹਨੇ ਸਮਝਾਇਆ ਕਿ ਰਾਜਾ ਇਹ ਤੈਨੂੰ ਛਲਣ ਵਾਸਤੇ ਅਸ਼ਲ ਵਿਸ਼ਨੂੰ ਆਇਆ ਹੈ, ਕਰੋ ਅਡਾਈ ਧਰਤ ਮੰਗ, ਇਹਦੇ ਤੋਂ ਆਪਣਾ ਬਚਾਅ ਕਰ ਲੈ। ਫਿਰ ਵੀ ਇਗਨੋਰ ਕੀਤਾ ਬਲ ਰਾਜੇ ਨੇ ਕਿ ਭਗਵਾਨ ਨੇ ਕਿਹੜਾ ਡੇਲੀ ਮੰਗਣਾ, ਕੋਈ ਨਹੀਂ ਜੋ ਮੰਗਦਾ ਮੈਂ ਦੇ ਦਿੰਦਾ। ਉਹਨੇ 2.5 ਕਰਮਾਂ ਧਰਤੀ ਦੀ ਮੰਗ ਕੀਤੀ। ਪਿੱਛੋਂ ਦੇ ਤ੍ਰਿਹਲੋ ਨਮਾਵਾ, ਤੇ ਪਿੱਛੋਂ ਇੰਨਾ ਸਰੀਰ ਵਧਾ ਲਿਆ ਕਿ 3 ਲੋਕਾਂ ਨੂੰ 2 ਕਰਮਾਂ 'ਚ ਹੀ ਮਿਲ ਲਿਆ। 2 ਕਰਮਾਂ ਕਰ 3 ਲੋ, 3 ਲੋਕਾਂ ਦੀਆਂ 2 ਕਰਮਾਂ ਹੀ ਕੀਤੀਆਂ। ਬਲ ਰਾਜਾ ਲੈ ਮਗਰ ਮਨਾਵਾ, ਫਿਰ ਬਲ ਰਾਜਾ ਉਹਦੇ ਅੱਗੇ ਲੰਮੇ ਪੈ ਗਿਆ ਕਿ ਹੁਣ ਮੇਰਾ ਸਰੀਰ ਹੀ ਹੈ। ਉਹਨੇ ਪਿੱਠ ਤੇ ਪੈਰ ਰੱਖ ਕੇ ਉਹਨੂੰ 7ਵੇਂ ਪਤਾਲ ਦੇ ਵਿੱਚ ਧੱਸ ਦਿੱਤਾ। ਬਲ ਛਲ ਆਪ ਛਲਾਇਆ ਨਾ, ਬਲ ਨੂੰ ਛਲ ਕੇ ਤੇ ਫਿਰ ਆਪਣਾ ਆਪ ਛਲਾ ਲਿਆ। ਹੋਏ ਦਿਆਲ ਮਿਲ ਗਲ ਲਾਵਾ, ਭਾਵ ਕੇ ਉਥੇ ਦਵਾਰਪਾਲ ਹੋ ਕੇ ਬਹਿਣਾ ਕੀਤਾ, ਦਿਆਲੂ ਹੋ ਕੇ ਬਲ ਰਾਜੇ ਨੂੰ ਗਲ ਦੇ ਨਾਲ
ਲਾ ਕੇ ਆਪਣੇ ਨਾਲ ਮੇਲ ਲਿਆ। ਦਿੱਤਾ ਰਾਜ ਪਤਾਲ ਦਾ, ਸਤਵੇਂ ਪਤਾਲ ਦਾ ਰਾਜ ਦੇ ਦਿੱਤਾ। ਵੇਖੋ ਛਿਨ ਮੈਂ ਰਾਉ ਰੰਗ ਕੋ ਕਰਈ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ, ਇਹ ਤਾਕੋ ਵਿਵਹਾਰ। ਊਚਾ ਚੜ੍ਹੈ ਸੋ ਪਵੈ ਪਿਆਲਾ, ਧਰਨ ਬੜੈ ਤਿਸ ਲੱਗਿਆ ਨਾ ਗੱਲ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਕਿੱਥੇ ਸਵਰਗ ਦਾ ਰਾਜਾ ਬਣਨਾ ਸੀਗਾ, ਸਵਰਗ ਦਾ ਤਾਂ ਕੀ ਧਰਤੀ ਤੋਂ ਵੀ ਥੱਲੇ ਮਾਰਿਆ, ਸੁੱਟ ਕੇ ਹੇਠਾਂ। ਰੱਬ ਦੀ ਮਰਜ਼ੀ ਹੈ ਨਾ, ਜਿੱਥੇ ਮਰਜ਼ੀ ਭੇਜ ਦੇਵੇ। ਪਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਇਉਂ ਪਤਾਲ ਦਾ ਰਾਜ ਦਿੱਤਾ ਤੇ ਭਗਤ ਦੇ ਅਧੀਨ ਹੋ ਕੇ ਵਾਹਿਗੁਰੂ ਦਾ ਜਸ ਗਾ ਰਿਹਾ ਵੇਦਾਂ ਦੇ ਰਾਹੀਂ। ਹੋਏ ਅਧੀਨ ਭਗਤ ਜਸ ਗਾਵੈ, ਅਧੀਨ ਹੋ ਕੇ ਭਗਤਾਂ ਦੇ ਤੇ ਵੇਦਾਂ ਦੇ ਦੁਆਰਾ ਵਾਹਿਗੁਰੂ ਦਾ ਜਸ ਗਾ ਰਿਹਾ। ਹੋਏ ਦਰਵਾਨ ਮਹਾ ਸੁਖ ਪਾਵੈ, ਦਰਬਾਨ ਬਣ ਕੇ ਬਲਰਾਜੇ ਦੇ ਦਰਵਾਜ਼ੇ ਤੇ ਮਹਾਨ ਸੁਖ ਪਾ ਰਿਹਾ। ਅਜੇ ਇੰਨੀ ਕਥਾ ਬਹੁਤ ਹੈ, ਬਾਕੀ ਦੀ ਕੱਲ ਨੂੰ ਸੁਣਾਵਾਂਗੇ। ਇੱਥੇ ਹੀ ਮਾਫ ਕਰਨਾ, ਭੁੱਲਾਂ ਚੁੱਕਾਂ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ ਜੀ। ਤਰਣੀ ਤਾਰਈ ਸਨਰ ਸੰਗ ਨਾਰਾਇਣ, ਦਾੜਾ ਅਗਰੇ ਪ੍ਰਥਮ ਤਰਾਇਣ। ਬਾਵਨ ਰੂਪ ਕੀਆ ਤੁਧ ਕਰਤੇ, ਸਭ ਹੀ ਸੇਤੀ ਹੈ ਚੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕੋ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤੰਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਸੁਭ ਸਾਰਣਾ, ਅੰਗੀਕਾਰੋ ਕਾਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਹ ਦੇ ਸੋ ਪਾਵੇ, ਸਦਾ ਸਭ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਨ ਕਾ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸੱਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖ ਮਨ ਆਈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵੇਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ। ਸਾਚਾ ਨਾਮ ਮੇਰਾ ਆਧਾਰੂ। ਅੱਜ ਪੰਜ ਸ਼ਬਦ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ। ਕਾਲਾਂ ਜਿਤ ਕਰ ਧਾਰੀਆ, ਪੰਜ ਦੂਤ ਦਵਾਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਵਾਇਆ। ਤੁਧ ਜਨ ਕੋ ਸੇ ਨਾਮ ਹਰਿ ਕਾ ਲਾਗੇ। ਕਹਿ ਨਾਨਕ ਤਾ ਸੁਖ ਹੋਆ, ਤਿਤ ਕਰ ਅਨਹਦ ਬਾਜੇ। ਆਨੰਦ ਸੁਨੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੇ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ, ਭਵਿਤ ਸਤਿਗੁਰ ਹੈ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਬਾਣੀ, ਬਿਤਾ ਮਾਤਾ ਤਰਤ ਮਹਾਤ। ਦਿਵਸ ਰਾਤ ਤੁਧ ਦਾਈ, ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚਾ
ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਖੇਤੀ ਛੁਟੇ ਤੂੰ ਠਾਕੁਰ ਤੁਮ ਬੈ ਅਰਦਾਸ ਜੀਉ ਬਿੰਡ ਸਭ ਤੇਰੀ ਰਾਸ ਤੁਮ ਆਦਿ ਪਿਤਾ ਹਮ ਬਾਰਿਕ ਦੇ ਤੁਮਰੀ ਕਿਰਪਾ ਮੈਂ ਨ ਜਾਣੈ ਤੁਮਰਾ ਅੰਤ ਉਚੇਤਿ ਸਗਲ ਸਮਗਰੀ ਤੁਮਰੈ ਸੂਦਰ ਤਾਰੇ ਤੁਮ ਤੇ ਹੋ